जोगी कहै जोग फल मीठा, अवर ना दूजा पाई। रुंडित मुंडित एक शब्दी, एक सिद्ध पाई। हर बिन परम भुलाने अंधा, जापह जाऊं आप छुटकावन, ते बांधे बो फंदा। रहाओ जहाँ ते उपजी तहीं समानी, एह बिद बिसरी तब ही। पंडित गुणी सूर हम दाते, एक है बड़ हम ही। जिस बुझाए सोई बूझै, बिन बूझे क्यों रहिए। सतगुर मिलै अंधेरा चूकै, इन भिद मानक लहिए। तज बावे दाहने बिकारा, हर पद दृढ़ कर रहिए। कहो कबीर गूंगा गुड़ खाया, पूछे ते क्या कहिए। तज बावे दाहने बिकारा, हर पद दृढ़ कर रहिए। कहो कबीर गूंगे गुड़ खाया, पूछे ते क्या कहिए। वाहिगुरु जी का खालसा, वाहिगुरु जी की फतेह। प्यारिओ, दो वार वाहिगुरु ਦਾ ਉਚਾਰਨ ਹੁੰਦਾ ਹੈ, ਭਲਾ ਹੁੰਦਾ ਹੈ। ਫਤਿਹ ਦੇ ਵਿੱਚ ਦੋ ਵਾਰ ਵਾਹਿਗੁਰੂ ਦਾ ਜ਼ਿਕਰ ਹੈ। ਸੋ ਭਾਈ ਸੰਗਿਆ ਚੱਕਿਆ ਨਾ ਕਰੋ। ਇੱਕ ਵਾਰੀ ਫਿਰ ਆਪ ਜੀ ਨੂੰ ਖੇਚਲ ਦਿਆਂ, ਇਸ ਉਮੀਦ ਨਾਲ ਵੀ ਕੋਈ ਰਸਨਾ ਵਾਂਝੀ ਨਾ ਰਵੇ। ਸੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ, ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ। ਭਾਈ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ, ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਪਿਆਰ ਵਾਲਿਆਂ ਨੇ ਗੁਰੂ ਸਵਾਰਿਆਂ ਤੋਂ
ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਭਾਈ ਸਾਰੀ ਹੀ ਬਾਣੀ ਬਹੁਤ ਫਲਦਾਈ ਹੈ, ਪਰ ਆਸਾ ਕੀ ਵਾਰ ਸਾਡੇ तमाम ਵਹਿਮਾਂ ਭਰਮਾਂ ਦਾ ਖੰਡਨ ਕਰਦੀ ਹੈ। ਸਾਡਾ ਜੀਵਨ ਜਾਚ ਮਾਰਗਦਰਸ਼ਨ ਆਸਾ ਕੀ ਵਾਰ ਦੇ ਕੀਰਤਨ ਦੀ ਇਹ ਪਰੰਪਰਾ, ਇਹ ਮਰਿਆਦਾ ਇਸ ਵਾਸਤੇ ਕੌਮ ਵਿੱਚ ਬਣੀ ਬਈ ਅੰਮ੍ਰਿਤ ਵੇਲੇ ਜਿਹੜਾ ਕੀਰਤਨ ਹੋਵੇਗਾ ਉਹ ਸਿਰਫ ਆਸਾ ਕੀ ਵਾਰ ਦਾ ਕੀਰਤਨ ਹੋਵੇਗਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਕਿਉਂਕਿ ਇਹ ਆਸਾ ਕੀ ਵਾਰ ਸਾਨੂੰ ਜਿੱਥੇ ਸਾਰੀਆਂ ਕੌਮਾਂ ਨਾਲ ਪਿਆਰ ਕਰਨ ਦਾ ਵੱਲ ਸਿਖਾਉਂਦੀ ਏ, ਉੱਥੇ ਸਾਨੂੰ ਆਪਣੇ ਆਪ ਨੂੰ ਸਾਰੀਆਂ ਕੌਮਾਂ ਤੋਂ ਨਿਆਰਾ ਰੱਖਣ ਦਾ ਉਪਦੇਸ਼ ਵੀ ਦਿੰਦੀ ਹੈ। ਸਿੱਖ ਨੇ ਆਪਣੀ ਵਿਚਾਰਧਾਰਾ ਦੂਜਿਆਂ ਤੋਂ ਨਿਰਲੇਪ ਰੱਖਣੀ ਹੈ, ਆਪਣੀ ਲੁੱਕ ਨੂੰ ਵੀ ਫੈਸ਼ਨ ਪ੍ਰਸਤੀ ਦੇ ਚੱਕਰ ਵਿੱਚ ਪੈ ਕੇ ਗਵਾਉਣਾ ਨਹੀਂ। ਸਿੱਖ ਦੀ ਆਈਡੈਂਟੀਟੀ, ਸਿੱਖ ਦੀ ਲੁੱਕ, ਸਿੱਖ ਦਾ ਚਿਹਰਾ ਮੋਹਰਾ ਉਹ ਦਰਸ਼ਨ ਮਾਤਰ ਕਰਕੇ ਪਤਾ ਲੱਗ ਜਾਏ ਵੀ ਇਹ ਗੁਰੂ ਨਾਨਕ ਨਾਮ ਲੇਵਾ ਕਲਗੀਧਰ ਪਾਤਸ਼ਾਹ ਦਾ ਭਾਈ ਖਾਲਸਾ ਹੈ। ਔਰ ਉਹਦੇ ਨਾਲ ਨਾਲ ਬਾਵਜੂਦ ਇਹਦੇ ਆਪਣੀ ਲੁੱਕ ਵਿਲੱਖਣ, ਆਪਣੀ ਦਿਸ ਵੱਖਰੀ, ਆਪਣੀ ਵਿਚਾਰਧਾਰਾ ਸਾਰਿਆਂ ਤੋਂ ਜੁਦਾ, ਪਰ ਫਿਰ ਵੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ, ਮੇਰੇ ਰਾਜਨ ਦੇ ਵਾਕ ਅਨੁਸਾਰ ਫਿਰ ਵੀ ਸਾਰਿਆਂ ਨਾਲ ਪਿਆਰ ਕਰਨਾ ਔਰ ਕਹਿਣਾ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਹੁਣ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਤੋ ਇਹ ਮਹਾਨ ਬਾਣੀ ਆਸਾ ਕੀ ਵਾਰ ਦਾ ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ, ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ। ਸਭਨਾਂ ਨੂੰ ਮਹਾਰਾਜ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ, ਬਾਣੀ ਪੜਨ ਸੁਣ ਕੰਠ ਕਰਨ ਦਾ ਚਾਅ, ਕਾਰੋਬਾਰਾਂ ਵਿੱਚ ਤਰੱਕੀ, ਦੇਹ ਰੋਗਤਾ, ਪਰਿਵਾਰਾਂ ਵਿੱਚ ਪਰਸਪਰ ਪਿਆਰ, ਔਰ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਕਿਰਪਾ ਕਰਨ ਇਸੇ ਪ੍ਰਕਾਰ ਅਸੀਂ ਸਾਰੇ ਆਪਣੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਹੁਣੇ ਆਪ ਜੀ ਨੇ ਦਾਸ ਪਾਸੋਂ ਜੋ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ। ਸਤ ਸੰਗਤ ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 334 ਤੇ ਦਰਜ ਹੈ। ਭਗਤ ਕਬੀਰ ਸਾਹਿਬ ਮਹਾਰਾਜ ਨੇ ਇਸ ਸ਼ਬਦ ਵਿੱਚ ਅੱਜ ਗੱਲ ਕੀਤੀ ਹੈ ਹਉਮੈ ਦੀ, ਜਿਸ ਨੂੰ ਅਸੀਂ ਅਹੰਕਾਰ ਵੀ ਕਹਿੰਦੇ ਹਾਂ, ਜਿਸ ਨੂੰ ਅਸੀਂ ਆਮ ਬੋਲੀ 'ਚ ਹੁਣ ਟੇਬਲ ਟਾਕ ਵਿੱਚ ਈਗੋ ਵੀ ਕਹਿਣ ਲੱਗ ਪਏ ਹਾਂ, ਕਿਉਂਕਿ ਇੰਗਲਿਸ਼ ਦਾ ਸ਼ਬਦ ਹੈ ਈਗੋ। ਅਹੰਕਾਰ ਦਾ ਟ੍ਰਾਂਸਲੇਸ਼ਨ ਹੈ ਈਗੋ। ਅਹੰਕਾਰ, ਮਾਣ, ਹਉਮੈ। और अहंकार जो है साथ संगत वो इको ही है, पर वो हो किसी भी चीज का सकता है। अहंकार सानू रोशन दिमागी का भी हो सकता है। मेरा दिमाग दूजियां नालों बरीक है, मेरा दिमाग बड़ा तेज है, मैं बड़ा होशियार हाँ, ये भी अहंकार हो जाता है। कदी कदी मनुख नूं शारीरिक बल का भी अहंकार हो जाता है। मेरे विच बड़ा बल है, मेरे विच बड़ी ताकत है, मैं बहुत वड्डा पहलवान हाँ। दूसरा कहता तू पहलवान बहुत वड्डा है ते मैं विद्वान बहुत वड्डा हाँ। उन्होंने दिमाग का अहंकार हो जाता है।
तीसरा कहता भाई तुहाडे विचों एक बहुत वड्डा विद्वान है, एक बहुत वड्डा पहलवान है, कोई गल नहीं, मैं बहुत वड्डा धनवान हाँ। और फिर होर अगे तुरे जाइए ते अहंकार दियां ते बड़ियां किस्मां ने। वेखो कोई बंदा धन हथों छड्डे, जितने शरीर बैठे हो सुर ते जोर दे के बेनती सुनियो, धन हथों छड्डना कोई सही बात नहीं। वजह तुसी किसी भी फील्ड में चले जाओ, कंपीटीशन है, तुहाडा कंपीटेटर जिहड़ा है वो तुहानू मात देंदा है। तुसी कोई वस्तु 100 रुपये की वेच रहे हो तो पर्दे नाल कहंदा भी बाकी शॉपर्स नू पता ना लगे, मैं 95 की दे दियांगा, पर मेरे को लजाया कर। मेरे कहने का मतलब है भी हर फील्ड में मुकाबला है, हर फील्ड में कंपीटीशन तो है ना। और धन कमाना आसान नहीं, कंपीटीशन के युग में धन कमाना और फिर वो धन देना, किसी नू दान करना, किसी की हैल्प करनी, खैरात देनी, तो थोड़ा जिहा मन में लेस मात्र विचार आ जाए भी मैं हथों छड्डिया है, तो गल समझ में आउंदी है, हथों छड्डिया है, विचार आ गई भी वेखो कौन देंदा है, मैं दे रहा। पर तुसी हैरान होवोगे, धन दे के मनुख नू हंकार हो जाए, धन लैके भी मनुख नू हंकार हो जाता है। तुसी कहोगे किवें? जिहड़े धन लोकां कोलों लैण वाले ने ना, भीख मंगण वाले लोग जदों शाम नू इकट्ठे हुंदे ने किसी ढाबे ते, किसी ठेके ते, क्योंकि इन्हां विचों ज्यादातर ड्रिंक करते हैं, तुसी हैरान होवोगे, किते तुसी लुक के गल्लां सुनो। मेरा सुभाव है मैं एनालिसिस करना, अवगण वेखण लई नहीं, मेरा सुभाव है मैं कुछ ना कुछ जिथों भी लंघा लभण की कोशिश करना, मैनूं इथों कुछ लभ जाए। एक मंगता दूजे मंगते नूं पुछ रहा सी भी मित्रा अज किन्ने बने नहीं, उन्हें दस्सिया ते ओ बड़ी घृणा नाल ओनूं उन्हें वेख्या, बड़ी घृणा नाल ओहदे नाल कोई शब्द उचारण कीते, कहन लगा तू कैसा मंगता है? फॉर एग्जाम्पल 200 बनया, वो कहता 200 रुपया की हुंदा, 200 रुपया तो मैनूं घंटे च बन जाता, मैनूं 800 रुपया बनया। हुण मैं जिहड़े नुकते वल तुहाडी कौम दे वारसों तवज्जो दिवाणी चाहुंदा, जिहड़ा बहुत ही खतरनाक रोग है, हौमे रोग मानुख को दीना, काम रोग पुंचर बस कीना। हाथी नूं काम दा रोग दिता है, मनुख नूं हौमे दा रोग दिता। कितना सूक्ष्म रोग है। एक मंगता दूजे मंगते नालों 4 पैसे ज्यादा मंग ले ते उहनूं मंगण दा हंकार हो जाता है, पैसे लैण दा हंकार हो। हनेर साईं दा पैसे देण दा हंकार होवे ते गल समझ आउंदी है, दान दे के हंकार हो जाए तो गल समझ आउंदी है। इत्थे ते लोकी दान लै के हंकार करते हैं, मैनूं दूजियां नालों दान ज्यादा प्राप्त हुंदा। कितना खतरनाक रोग है, किते ठंडे दिमाग नाल बैठ के सोचिया। बहुत अवेयर होने की जरूरत है, ये तो बहुत खबरदार होने की, बड़ा बरीक जिहा सूक्ष्म जिहा, कदों ये साडी बॉडी च एंटर हो जाता पता तक नहीं लगन देता। ये तो खबरदार होने की जरूरत है। क्यों होने की जरूरत है? क्योंकि साडे जन्म धारण का वजह ये हौं बनती है। हजूर ने लिखा बाणी च, हौं विच आया हौं विच गया। अहंकार किवें बनिया? हुण तुसीं छोटी जी गल समझो, एक सागर है, सागर विच बुलबुला है। हुण बुलबुला की है? बुलबुला भी तो पानी है ना। पानी दी एक पतली जी झिल्ली, जिवें प्याज की झिल्ली नालों भी बरीक, उहदे विच हवा भर जाती है, उहनूं असीं बुलबुला कह दिंदे हां। है तो पानी की एक बूंद ही ना, उहदी परिभाषा भी H2O है, और सागर की परिभाषा तो H2 है ही। हुण वेखो
ਬਈ ਉਹ ਜਿਹੜਾ ਬੁਲਬੁਲਾ ਬਣਿਆ, ਉਪਜੈ ਬਿਨਸੈ ਨੀਤ, ਝਟਪਟ ਬਣਦੇ ਝਟਪਟ ਮਿਟਦੇ, ਬਣਦੇ ਮਿਟਦੇ, ਬਣਦੇ ਮਿਟਦੇ। ਬਣਿਆ ਕਿਉਂ? ਹਵਾ ਨੇ ਉਹਦੇ ਕੰਨ 'ਚ ਫੂਕ ਮਾਰੀ, ਚੱਲਿਆ। ਇਹ ਸਮੁੰਦਰ ਤੈਨੂੰ ਕਦੀ ਪਤਾਲ 'ਚ ਲੈ ਜਾਂਦਾ ਹੈ, ਕਦੀ ਕੰਢਿਆਂ ਨਾਲ ਮਾਰ। ਇਹਨੇ ਤੈਨੂੰ ਦਿੱਤਾ ਕੀ ਹੈ? ਥੋੜਾ ਜਿਹਾ ਪਾਣੀ ਦੀ ਇੱਕ ਬੂੰਦ ਹਿੱਸਾ ਹਵਾ ਦੀਆਂ ਗੱਲਾਂ 'ਚ ਆ ਗਿਆ। ਕਹਿਣ ਲੱਗਾ ਦਿੱਤਾ ਤੇ ਵਾਕਈ ਇਹਨੇ ਕੁਛ ਨਹੀਂ। ਕਹਿਣ ਲੱਗਾ ਫਿਰ ਮੇਰੀ ਗੱਲ ਮੰਨ, ਮਾੜਾ ਜਿਹਾ ਤੂੰ ਹੰਬੜਾ ਮਾਰ, ਮਾੜਾ ਜਿਹਾ ਮੈਂ ਤੈਨੂੰ ਆਕਾਸ਼ ਦੀ ਸੈਰ ਕਰਾਨਾ। ਹਵਾ ਦੀਆਂ ਗੱਲਾਂ ਵਿੱਚ ਆਇਆ ਥੋੜਾ ਜਿਹਾ ਪਾਣੀ, ਉਤਾਂ ਨੂੰ ਹੋਇਆ, ਹਵਾ ਥੱਲੇ ਭਰ ਗਈ, ਬੁਲਬੁਲਾ ਬਣ ਗਿਆ, ਸਮੁੰਦਰ ਤੋਂ ਜੁਦਾ ਹੋ ਗਿਆ। ਹੁਣ ਲੋਕੀ ਉਹਨੂੰ ਬੁਲਬੁਲਾ ਕਹਿੰਦੇ ਨੇ, ਬੁਦਬੁਦਾ ਕਹਿੰਦੇ ਨੇ, ਸਮੁੰਦਰ ਨਹੀਂ ਕਹਿੰਦੇ। ਸੀ ਸਮੁੰਦਰ ਹੀ। ਇਸੇ ਤਰ੍ਹਾਂ ਅਸੀਂ ਹਾਂ ਉਸੇ ਦਾ ਰੂਪ, ਉਹ ਪਰਮਾਤਮਾ ਹੈ, ਅਸੀਂ ਆਤਮਾਵਾਂ। ਪਰ ਅਸੀਂ ਕਿਤੇ ਨਾ ਕਿਤੇ ਈਗੋ ਰੂਪੀ ਹਵਾ, ਇਹਨੂੰ ਮਹਾਰਾਜ ਨੇ ਨਾ ਬਾਣੀ 'ਚ ਪਿਆਰਿਓ, ਈਗੋ ਨੂੰ ਨਾ ਮਹਾਰਾਜ ਨੇ ਫੂਕ ਕਿਹਾ, ਫੂਕ। ਅੱਜ ਕੱਲ ਟੇਬਲ ਟਾਕ ਵਿੱਚ ਇੱਕ ਸ਼ਬਦ ਚੱਲਦਾ, ਫਲਾਣੇ ਬੰਦੇ ਨੂੰ ਮੈਂ ਫੂਕ ਛਕਾਈ। ਫਲਾਣਾ ਬੰਦਾ ਫੂਕ ਵਿੱਚ ਬੜੀ ਛੇਤੀ ਆ ਜਾਂਦਾ ਹੈ। ਇਹ ਟੇਬਲ ਟਾਕ ਹਜ਼ੂਰ ਨੇ ਬਾਣੀ 'ਚ ਵੀ ਇਹ ਸ਼ਬਦ ਵਰਤਿਆ। ਤੁਸੀਂ ਕਹੋਗੇ ਕਿੱਥੇ ਵਰਤਿਆ? ਲੋ ਸੁਣੋ, ਹਜ਼ੂਰ ਫਰਮਾਨ ਕਰਦੇ ਨੇ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਐ। ਹਰੇਕ ਬੰਦਾ ਫੂਕ ਵਿੱਚ ਹੈ, ਹਉਮੈ ਵਿੱਚ ਹੈ, ਸਮਝਾਉਣ ਨਾਲ ਵੀ ਨਹੀਂ ਸਮਝਦਾ, ਆ ਹੀ ਜਾਂਦਾ ਫੂਕ ਵਿੱਚ। ਹੁਣ ਉਹ ਬੁੱਧਬਦਾ ਵਾਯੂ ਦੀਆਂ ਗੱਲਾਂ ਵਿੱਚ, ਹਵਾ ਦੀਆਂ ਗੱਲਾਂ ਵਿੱਚ ਆ ਕੇ ਬੁਲਬੁਲਾ ਬਣ ਗਿਆ। ਔਰ ਹਵਾ ਨੇ ਕਿੰਨਾ ਕੁ ਚਿਰ ਸਹਾਰਾ ਦੇਣਾ ਸੀ? ਇੱਕ ਪਾਸਿਓਂ ਕਮਜ਼ੋਰ ਹੋਈ, ਝਿੱਲੀ, ਹਵਾ ਬਾਹਰ ਨਿਕਲ ਗਈ, ਬੁਲਬੁਲਾ ਫਿਰ ਉਹਦੇ 'ਚ ਭੇਦ ਹੋ ਗਿਆ। ਹਵਾ ਕਰਕੇ, ਫੂਕ ਕਰਕੇ ਉਹ ਬੁਲਬੁਲਾ ਬਣਿਆ ਸੀ। ਅਸੀਂ ਵੀ ਈਗੋ ਕਰਕੇ ਹੀ ਵੱਖਰਾ ਸਾਨੂੰ ਭਾਸ ਹੈ, ਪ੍ਰਮਾਤਮਾ ਵੱਖਰਾ ਹੈ, ਮੈਂ ਵੱਖਰਾ ਵਾਂ। ਜਦੋਂ ਈਗੋ ਖਤਮ ਹੋ ਜਾਏ ਫਿਰ ਵੱਖਰਾ ਨਹੀਂ ਭਾਸਦਾ। ਫਿਰ ਸਰੀਰ ਧਾਰਨ ਕੀਤਾ ਹੈ, ਸਰੀਰ 'ਚ ਆਤਮਾ ਹੈ। ਫਿਰ ਕਹਿੰਦਾ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਭਗਤ ਰਵਿਦਾਸ ਮਹਾਰਾਜ ਦੇ ਬੋਲ, ਕਹਿੰਦੇ ਰੱਬ ਜੀ ਤੂੰ ਮੈਂ ਤੂੰ, ਹੁਣ ਕੀ ਫਰਕ ਹੈ ਆਪਣੇ ਦੋਵਾਂ 'ਚ? ਕੋਈ ਫਰਕ ਨਹੀਂ, ਆਪਾਂ ਇੱਕੋ ਹੀ ਆ। ਵਿੱਤ ਦਾ ਫਰਕ ਹੈ, ਮੇਰੀ ਵਿੱਤ ਰਤਾ ਛੋਟੀ ਹੈ, ਤੇਰੀ ਵਿੱਤ ਬਹੁਤ ਜ਼ਿਆਦੀ ਹੈ। ਉਂਝ ਆਪਾਂ ਇੱਕੋ ਹੀ, ਸਾਡਾ ਅਸਲ ਹੈ, ਸਾਡੀ ਪਰਿਭਾਸ਼ਾ ਇੱਕੋ ਹੀ ਹੈ। ਹੁਣ ਤੇਰੇ ਮੇਰੇ ਵਿੱਚ ਕੋਈ ਅੰਤਰ ਨਹੀਂਗਾ, ਕਿਉਂਕਿ ਜਦੋਂ ਤੱਕ ਅੰਤਰ ਹੈ ਉਦੋਂ ਤੱਕ ਤੇ ਮਨੁੱਖੀ ਪਦਵੀ ਨੂੰ ਅਸੀਂ ਧਾਰਨ ਹੀ ਨਹੀਂ ਕੀਤਾ। ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਉਹ ਨਰਾ। ਭਗਤ ਨਾਮਦੇਵ ਸਾਹਿਬ ਜੀ ਮਹਾਰਾਜ, ਭਾਈ ਜਿਨ੍ਹਾਂ ਦੇ ਵਿੱਚ ਅਜੇ ਪ੍ਰਮਾਤਮਾ ਨਾਲੋਂ ਵਿੱਥ ਹੈ, ਦੂਰੀ ਹੈ, ਡਿਸਟੈਂਸ ਹੈ, ਉਹਨਾਂ ਵਿੱਚ ਤੇ ਪਸ਼ੂ ਵਿੱਚ ਕੀ ਅੰਤਰ ਹੈ? ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਉਹ ਨਰਾ। ਹੁਣ ਈਗੋ ਦੀ ਗੱਲ ਕਰ ਰਿਹਾ ਸੀ। ਅਹੰਕਾਰ ਹੀ ਸਾਡੇ ਆਉਣ ਦਾ ਕਾਰਨ ਬਣਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਸਚਿਆਰ ਕੁੜਿਆ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਜਾਤੀ ਬਿਨਸੀ ਕੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਸਭ ਹਉ ਵਿੱਚ ਹੈ, ਈਗੋ ਵਿੱਚ ਹੈ। ਇੱਕ ਮੈਂ ਹੋਰ ਅਰਜ਼ ਕਰਾਂ, ਤੁਸੀਂ ਵਾਰਸ ਹੋ ਕੌਮ ਦੇ, ਅਸੀਂ ਸ਼ਬਦ ਹੰਕਾਰ ਵਰਤਨੇ ਆ, ਕੋਈ ਹਰਜ ਨਹੀਂ, ਹੰਕਾਰ ਹੀ ਹੁੰਦਾ। ਪਰ 1430 ਪੰਨਿਆਂ 'ਚ ਕਿਤੇ ਵੀ ਤੁਹਾਨੂੰ ਹੰਕਾਰ ਲਿਖਿਆ ਨਹੀਂ ਮਿਲੇਗਾ। ਫਿਰ ਕੀ ਲਿਖਿਆ ਹੋਵੇਗਾ? ਅਹੰਕਾਰ। ਐੜਾ ਆਹੇ ਟਿੱਪੀ ਕੱਕੇ ਕੰਨਾ ਰਾਰਾ, ਐੜਾ ਪੂੰਝ ਕੇ ਕੱਲਾ ਹੰਕਾਰ ਪੂਰੇ 430 ਪੰਨਿਆਂ 'ਚ ਇੱਕ ਥਾਂ ਤੇ ਵੀ ਤੁਹਾਨੂੰ ਨਹੀਂ ਮਿਲੇਗਾ। ਜੇ ਕਿਤੇ ਮਿਲਿਆ ਤੇ ਮੈਨੂੰ ਜ਼ਰੂਰ ਦੱਸਿਆ, ਮਿਲਣਾ ਹੀ ਨਹੀਂਗਾ। ਅਹੰਕਾਰ ਅਸਲ ਤੇ ਇਹ ਹੈ ਹੀ ਅਹੰ। ਕਾਰ ਦਾ ਮਤਲਬ ਇਹ ਲਗਾਤਾਰ, ਇਹ ਜਿੱਥੇ ਆ ਜਾਂਦਾ ਫਿਰ ਪੱਕਾ ਹੀ ਡੇਰਾ ਲਾ ਲੈਂਦਾ ਨਾ। ਫਿਰ ਜਿੱਥੇ ਇਹ ਆ ਜਾਂਦਾ ਉੱਥੇ ਕਾਮ ਵੀ ਆ ਜਾਂਦਾ, ਕ੍ਰੋਧ ਵੀ ਆ ਜਾਂਦਾ। ਬਾਪੂ ਕਿਸੇ ਦੇ ਘਰ ਬਹਿ ਜਾਏ, ਦੇਰ ਹੋ ਜਾਏ ਨਾ, ਪਿੱਛੋਂ ਵੱਡਾ ਮੁੰਡਾ ਸੱਦਣ ਟੁਰ ਜਾਂਦਾ। ਉਹ ਕਹਿੰਦੇ ਬਹਿ ਜਾਓ, ਚਾਹ ਪੀ ਕੇ ਜਾਇਆ, ਗੱਲਾਂ ਬਾਤਾਂ ਕਰ ਲੈ। ਪਿੱਛੋਂ ਪਿਛਲਾ ਦੂਜਾ ਮੁੰਡਾ ਵੀ ਟੁਰ ਜਾਂਦਾ, ਬਾਪੂ ਗਿਆ ਉਹ ਵੀ ਨਹੀਂ ਆਇਆ, ਭਾਜੀ ਗਏ ਨੇ ਉਹ ਵੀ ਨਹੀਂ ਆਇਆ, ਮੈਂ ਪਤਾ ਕਰਾਂ ਕੀ ਹੋਇਆ। ਉਹ ਪਿੱਛੋਂ ਤੀਜਾ ਵੀ ਆ ਜਾਂਦਾ, ਚੌਥਾ ਵੀ ਆ ਜਾਂਦਾ, ਪੰਜਵਾਂ ਵੀ ਆ ਜਾਂਦਾ। ਜਿੱਥੇ ਇੱਕ ਵਕਾਰ ਆਵੇ ਦੂਜਿਆਂ ਨੂੰ ਮੌਕਾ ਮਿਲ ਜਾਏ, ਮੈਂ ਤਾਂ ਬਾਪੂ ਨੂੰ ਸੱਦਣ ਆਇਆ ਹਾਂ। ਇਹ ਜਿੱਥੇ ਇੱਕ ਵਕਾਰ ਹੋਵੇਗਾ ਉੱਥੇ ਬਾਕੀ ਵੀ ਹੋਣਗੇ। ਇਹ ਵੀ ਮੈਂ ਅਰਜ਼ ਕਰਦਾ। ਤੋ ਹਜ਼ੂਰ ਬਖਸ਼ਿਸ਼ ਕਰਦੇ ਨੇ ਵੀ ਅਹੰਕਾਰ ਰੋਸ਼ਨ ਦਿਮਾਗੀ, ਬਰੀਕ ਅਕਲ, ਸਿਆਣੇਪਨ ਦਾ ਵੀ ਹੋ ਜਾਂਦਾ ਹੈ।
ਅਹੰਕਾਰ ਸਰੀਰਕ ਤਾਕਤ ਦਾ ਵੀ ਹੋ ਜਾਂਦਾ ਹੈ, ਅਹੰਕਾਰ ਧਨ ਦਾ ਵੀ ਹੋ ਜਾਂਦਾ ਹੈ, ਤੇ ਅਹੰਕਾਰ, ਮੈਨੂੰ ਖਿਮਾ ਕਰਨਾ, ਸੁਹੱਪਣ ਦਾ ਵੀ ਹੋ ਜਾਂਦਾ। ਮੈਂ ਬਹੁਤ ਸੋਹਣਾ ਹਾਂ, ਮੈਂ ਬਹੁਤ ਸੋਹਣੀ ਹਾਂ, ਇਹ ਵੀ ਅਹੰਕਾਰ ਹੋ ਜਾਂਦਾ। ਇਹ ਅਹੰਕਾਰ ਵੀ ਲੈ ਡੁੱਬਦਾ। ਅਹੰਕਾਰ ਤੇ ਅਹੰਕਾਰ ਹੈ ਨਾ, ਉਹ ਕਿਸੇ ਵੀ ਚੀਜ਼ ਦਾ। ਹੁਣ ਜਿਹੜੇ ਅਹੰਕਾਰ ਦੀ ਅੱਜ ਮਹਾਰਾਜ ਗੱਲ ਕਰਦੇ ਨੇ, ਉਹ ਅਹੰਕਾਰ ਇਹ ਹੈ ਵੀ ਜਿਹੜੀ ਮੇਰੀ ਸੰਪਰਦਾ ਹੈ ਉਹ ਚੰਗੀ ਹੈ, ਦੂਜੀਆਂ ਸੰਪਰਦਾਵਾਂ, ਦੂਜੇ ਮਜ਼ਹਬ, ਦੂਜੇ ਧਰਮ, ਦੂਜੀਆਂ ਜਥੇਬੰਦੀਆਂ ਠੀਕ ਨੇ, ਪਰ ਇਹ ਬੜਾ ਖਤਰਨਾਕ ਹੈ। ਕਿੰਤੂ, ਪਰ ਤੇ ਪਰੰਤੂ ਜਿੱਥੇ ਆ ਜਾਣ ਸਮਝ ਲਓ ਬੰਦਾ ਯੂ ਟਰਨ ਮਾਰੇਗਾ। ਹੁਣ ਹਜ਼ੂਰ ਬਖਸ਼ਿਸ਼ ਕਰਦੇ ਨੇ ਭਗਤ ਕਬੀਰ ਸਾਹਿਬ ਮਹਾਰਾਜ, ਜੋਗੀ ਕਹੈ ਜੋਗ ਭਲ ਮੀਠਾ। ਜੋਗੀ ਕਹਿੰਦੇ ਨੇ ਵੇਖੋ ਜੀ, ਅਸੀਂ ਦੂਜੇ ਧਰਮਾਂ ਨੂੰ ਬੁਰਾ ਨਹੀਂ ਕਹਿੰਦੇ, ਪਰ ਅਸਲ ਵਿੱਚ ਜੋਗਮਾਤੀ ਸਾਰਿਆਂ ਤੋਂ ਮਿੱਠਾ ਹੈ, ਜੋਗਮਾਤੀ ਠੀਕ ਹੈ, ਜੋਗਮਾਤੀ ਵਧੀਆ। ਅਵਰਨਾ ਦੂਜਾ ਭਾਈ, ਹੋਰ ਕੋਈ ਮਤ ਚੰਗਾ ਨਹੀਂਗਾ, ਹੋਰ ਕਿਸੇ ਵੀ ਮਤ ਦੇ ਅਨੁਯਾਈ ਬਣ ਕੇ ਤੁਸੀਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ, ਜੇ ਜੋਗੀ ਬਣੋਗੇ ਤੇ ਫਿਰ ਮਿਲ ਸਕਦੇ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਹੁਣ ਇਹ ਜੋਗ ਮਤ ਹੈ, ਇਹਦੇ 12 ਅੱਗੋਂ ਬ੍ਰਾਂਚਾਂ ਨੇ, 12 ਬ੍ਰਾਂਚਾਂ ਵਿੱਚ ਵੀ ਝਗੜਾ ਹੁੰਦਾ। ਇਹਨਾਂ ਵਿੱਚੋਂ ਇੱਕ ਆਈ ਪੰਥ ਹੈ, ਉਹ ਕਹਿੰਦੇ ਵੀ 12 ਜਿਹੜੇ ਜੋਗੀਆਂ ਦੀਆਂ ਬ੍ਰਾਂਚੇਸ ਨੇ, ਸ਼ਾਖਾਵਾਂ ਨੇ, ਉਹਨਾਂ ਚੋਂ ਆਈ ਪੰਥ ਸਾਰਿਆਂ ਤੋਂ ਸ਼ਿਰਮੋਰ ਹੈ। ਆਈ ਪੰਥੀ ਸਗਲ ਜਮਾਤੀ। ਗੁਰੂ ਨਾਨਕ ਜੋਗੀ ਨੂੰ ਕਹਿੰਦੇ ਨੇ ਸਾਰੀ ਮਨੁੱਖਤਾ ਨੂੰ ਹੀ ਆਈ ਪੰਥ ਦਾ ਮੈਂਬਰ ਸਮਝਿਆ ਕਰ, ਸਾਰਿਆਂ ਨੂੰ ਪਿਆਰ ਕਰਿਆ ਕਰ, ਸਾਰੇ ਚੰਗੇ ਨੇ, ਇਕੱਲੇ ਆਈ ਪੰਥ ਵਾਲੇ ਚੰਗੇ ਨਹੀਂ ਹੁੰਦੇ। ਜੋਗੀ ਕਹੇ ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ। ਭਾਈ ਜੋਗ ਫਲ ਹੀ ਬੜਾ ਮਿੱਠਾ ਹੈ, ਜੋਗੀ ਹੀ ਚੰਗਾ ਹੈ, ਜੋਗ ਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ। ਔਰ ਰੁੰਡਤ ਮੁੰਡਤ ਏਕੈ ਸ਼ਬਦੀ, ਇਹ ਕਹੈ ਸਿੱਧ ਪਾਈ। ਰੁੰਡਤ ਮੁੰਡਤ, ਜਿਹੜੇ ਰੁੰਡ ਮੁੰਡ ਨੇ, ਕੌਣ ਨੇ ਰੁੰਡ ਮੁੰਡ ਜੀ? ਸੰਨਿਆਸੀ ਤੇ ਸਰੇਵੜੇ। ਇਹ ਕੇਸ ਨਹੀਂ ਰੱਖਦੇ ਸਿਰ ਦੇ ਉੱਤੇ, ਮਤਲਬ ਕੇਸ ਨਹੀਂ ਰੱਖਦੇ ਮੀਨ ਇਹ ਨਹੀਂ ਵੀ ਕੈਂਚੀ ਨਾਲ ਕਟਾ ਦਿੰਦੇ, ਉਹ ਬਿਲਕੁਲ ਉਹਨੂੰ, ਜਿਹੜੇ ਸਰੇਵੜੇ ਨੇ ਨਾ, ਉਹ ਇਹਨਾਂ ਨੂੰ ਪੁੱਟ ਦਿੰਦੇ ਨੇ ਜੜ੍ਹਾਂ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਅਨਪੀ ਸਰੇਵੜਾ ਹੈ, ਅਨਪਈ ਨਾਮ ਦਾ ਸਰੇਵੜਾ ਸੀ ਸਾਊਥ ਵਿੱਚ, ਗੁਰੂ ਨਾਨਕ ਸਾਹਿਬ ਦਾ ਉਹਦੇ ਨਾਲ ਸੰਵਾਦ ਹੋਇਆ, ਔਰ ਉਹ ਜਿਹੜਾ ਸੰਵਾਦ ਹੋਇਆ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਹੁਣ ਇਹ ਸਿਰ ਨੂੰ ਰੋਡਾ ਕਿਉਂ ਕਰਦੇ ਨੇ? ਇਹਨਾਂ ਦਾ ਮੰਨਣਾ ਹੈ ਵੀ ਸਿਰ ਦੇ ਵਿੱਚ ਵਾਲ ਹੋਣ ਤੇ ਜੂਆਂ ਪੈ ਜਾਂਦੀਆਂ ਨੇ, ਜੂਆਂ ਪੈ ਜਾਣ ਤੇ ਉਹ ਜੂਆਂ ਪਰੇਸ਼ਾਨ ਕਰਦੀਆਂ ਨੇ, ਜੇ ਉਹਨਾਂ ਨੂੰ ਮਾਰੀਏ ਤੇ ਪਾਪ ਲੱਗਦਾ। ਕਿਆ ਬਾਤ, ਮਾਰੀਏ ਤੇ ਪਾਪ ਲੱਗਦਾ। ਤੋ ਮੈਂ ਫਿਰ ਮੌਕਾ ਹੈ, ਮੌਕੇ ਤੇ ਬੇਨਤੀ ਜਿਹੜੀ ਹੁੰਦੀ ਹੈ ਨਾ, ਉਹ ਜ਼ਿਆਦਾ ਕੰਮ ਕਰਦੀ ਹੈ, ਮਗਰੋਂ ਨਹੀਂ ਕਰਦੀ। ਮੈਂ ਫਿਰ ਇੱਕ ਬੇਨਤੀ ਕਰਦਿਆਂ ਸਨਿਮਰ, ਆਪ ਜਿਤਨੀਆਂ ਵੀ ਸੰਗਤਾਂ ਪਿਆਰ ਵਾਲੀਆਂ ਇੱਥੇ ਦਰਸ਼ਨ ਬਖਸ਼ਿਸ਼ ਕਰਦੇ ਹੋ, ਭਾਈ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਤੇ ਹੈ। ਸੰਗਤਾਂ ਕਰਕੇ ਸਾਰੀ ਖੇਡ ਹੈ, ਰੌਣਕ ਹੈ, ਸੰਗਤਾਂ ਨਾਲ ਹੀ ਸਥਾਨ ਚੱਲਦੇ ਨੇ ਗੁਰੂ ਕਿਰਪਾ ਸਦਕਾ। ਪਰ ਕੁਝ ਗੱਲਾਂ ਹੌਲੀ ਹੌਲੀ, ਆਹਿਸਤਾ ਆਹਿਸਤਾ, ਜੇ ਟੀਚਰ ਨਾ ਸਿਖਾਏ, ਪ੍ਰੀਚਰ ਨਾ ਸਿਖਾਏ ਤੇ ਉਹ ਵੀ ਦੋਸ਼ੀ ਹੈ ਜੀ, ਉਹਨੇ ਸਾਨੂੰ ਦੱਸਿਆ ਹੀ ਨਹੀਂ। ਤੇ ਜੇ ਦੱਸੇ ਤੇ ਕਦੀ ਕਦੀ ਅਸੀਂ ਥੋੜਾ ਜਿਹਾ ਬੁਰਾ ਵੀ, ਮੈਂ ਪਹਿਲਾਂ ਤਾਂ ਭੂਮਿਕਾ ਬਣ ਰਿਹਾ ਸਨਿਮਰ ਵੀ ਕੋਈ ਬੁਰਾ ਨਾ ਬਣਾਏ। ਜਦੋਂ ਕਲਾਸ ਲੱਗੀ ਹੋਵੇ ਨਾ, ਉਦੋਂ ਟੀਚਰ ਦਾ ਟੇਬਲ ਨਹੀਂ ਸਾਫ਼ ਕਰੀਦਾ, ਉਹਦਾ ਸਾਈਕਲ ਨਹੀਂ ਪੂੰਜੀਦਾ, ਉਦੋਂ ਪੜ੍ਹੀਦਾ। ਫਟੀਕ ਦਾ ਆਪਣਾ ਟਾਈਮ ਹੈ, ਪੜ੍ਹਨ ਦਾ ਆਪਣਾ ਟਾਈਮ। ਜੇ ਪੜ੍ਹਨ ਵਾਲੇ ਟਾਈਮ ਤੇ ਫਟੀਕ ਕਰਨ ਲੱਗ ਪਈਏ ਤੇ ਫਿਰ ਪੜ੍ਹਾਈ 'ਚ ਦੂਜਿਆਂ ਨਾਲੋਂ ਪਿੱਛੇ ਰਹਿ ਜੀਦਾ। ਤੋ ਇਹ ਟੈਨਸ਼ਨ ਤੁਸੀਂ ਬਹੁਤੀ ਚਾਦਰਾਂ ਚੂਦਰਾਂ ਦੀ ਨਾ ਲਿਆ ਕਰੋ, ਇਹਦੇ ਨਾਲ ਸਾਰੀ ਸੰਗਤ ਦਾ ਧਿਆਨ ਖਿੰਡਦਾ। ਤੁਸੀਂ ਆਓ, ਮੱਥਾ ਟੇਕ ਕੇ ਬੈਠੋ, ਕੀਰਤਨ ਹੋ ਰਿਹਾ ਹੈ, ਪਾਠ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਸੁਣੋ। ਇਹਦੇ ਵਾਸਤੇ ਸੇਵਾਦਾਰ ਹੈਗੇ ਨੇ,
ਆਪ ਜੀ ਦੀ ਜ਼ਰੂਰਤ ਹੋਈ ਤੇ ਜ਼ਰੂਰ ਬੇਨਤੀ ਕਰਾਂਗੇ। ਔਰ ਸੇਵਾ ਕਰੋ ਰੱਜ ਰੱਜ ਕੇ, ਪਰ ਜਦੋਂ ਦੀਵਾਨ ਚੱਲਦਾ ਹੈ ਉਦੋਂ ਨਹੀਂ। ਚੱਲਦੇ ਦੀਵਾਨ ਵਿੱਚ ਇਹ ਕਲਾਸਰੂਮ ਹੈ। ਹੁਣ ਤੁਸੀਂ ਡੈਸਕ ਨਾ ਪੂੰਝੋ, ਕੁਰਸੀਆਂ ਨਾ ਪੂੰਝੋ, ਪੱਖਿਆਂ ਨੂੰ ਟੀਚਰ ਪੜ੍ਹਾ ਰਿਹਾ, ਤੁਸੀਂ ਪੌੜੀ ਲਾ ਕੇ ਪੱਖਾ ਸਾਫ਼ ਕਰਨ ਲੱਗ ਪਓ, ਕੀ ਤੋਕ ਹੈ ਜੀ? ਤੋ ਇਹਨੂੰ ਥੋੜਾ ਜਿਹਾ ਸਮਝੋ। ਇਹ ਅਕਸਰ ਮੈਂ ਬੇਨਤੀ ਕਰਨਾ ਵਾ, ਨਾਰਾਜ਼ ਕਰਨ ਲਈ, ਤੁਹਾਨੂੰ ਹਾਰਟ ਕਰਨ ਲਈ ਨਹੀਂ, ਇਸ ਵਾਸਤੇ ਵੀ ਥੋੜਾ ਥੋੜਾ ਪਿਆਰ ਨਾਲ ਕਹਿ ਕੇ ਤੇ ਅਸੀਂ ਇਹ ਸੁਧਾਰ ਕਰ ਸਕੀਏ। ਇਸ ਵਾਸਤੇ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਕਰੋ। ਤੋ ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ। ਇਹ ਜਿਹੜੇ ਜੋਗੀ ਨੇ, ਖਿਮਾ ਕਰਨਾ, ਸਰੇਵੜੇ ਨੇ, ਇਹ ਕਹਿੰਦੇ ਜੀ ਸਿਰ ਵਿੱਚ ਜੂਆਂ ਪੈ ਜਾਂਦੀਆਂ, ਫਿਰ ਜੇ ਜੂਆਂ ਨੂੰ ਮਾਰੀਏ ਤੇ ਪਾਪ ਲੱਗਦਾ। ਗੁਜਰਾਤ ਦੇ ਇੱਕ ਨਗਰ ਵਿੱਚ ਸਿਆਲ ਦੇ ਦਿਨ ਧੁੱਪ ਨਿਕਲੀ। ਇੱਕ ਸਾਡੀ ਕੌਮ 'ਚ ਵਿਦਵਾਨ ਸੱਜਣ ਹੋਏ ਨੇ, ਸਰਦਾਰ ਈਸ਼ਰ ਸਿੰਘ ਮਝੈਲ, ਧਾਰਮਿਕ ਰੂਹ ਸੀ। ਔਰ ਉਹ ਜਦੋਂ ਸਾਰਾ ਹਰਿਆਣਾ, ਹਿਮਾਚਲ, ਪੰਜਾਬ ਇਕੱਠਾ ਸੀ, ਉਦੋਂ ਮਿਨਿਸਟਰੀ ਵਿੱਚ ਵੀ ਹੋ ਰਹੇ। ਤੁਹਾਨੂੰ ਨਾਂ ਚੇਤਾ ਆ ਗਿਆ ਹੋਵੇਗਾ, ਈਸ਼ਰ ਸਿੰਘ ਮਝੈਲ। ਈਸ਼ਰ ਸਿੰਘ ਮਝੈਲ 300 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸੀ, ਉਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਕਿਤਾਬਚਾ ਛਾਪਿਆ ਸੀ, ਗੁਰਮਤਿ ਪ੍ਰਕਾਸ਼ ਦਾ। ਉਹਦੇ ਵਿੱਚ ਸਾਰੀ ਕੌਮ ਨੂੰ ਹੁਕਮ ਸੀ ਵੀ ਜਿੰਨੇ ਲਿਖਾਰੀ ਨੇ ਆਰਟੀਕਲ ਭੇਜੋ। ਉਹਦੇ ਵਿੱਚੋਂ ਫਿਰ ਚੁਣ ਕੇ ਉਹਨਾਂ ਨੇ 40-50 ਆਰਟੀਕਲ ਉਹਦੇ ਛਾਪੇ ਸਨ। ਉਹਦੇ 1-2 ਵਰਕੇ ਪਹਿਲਾਂ, 1-2 ਵਰਕੇ ਮਗਰੋਂ ਉਹ ਪਾਟ ਗਏ ਨੇ, ਪਰ ਮੈਂ ਉਹਨੂੰ ਜਿਲਦ ਚੜਾ ਕੇ ਰੱਖਿਆ। ਬੜੇ ਕਮਾਲ ਦਾ ਕਿਤਾਬਚਾ, ਬੜੇ ਕਮਾਲ ਦਾ ਕਿਤਾਬਚਾ, ਮਹਾਰਾਜ ਦੇ 300 ਸਾਲਾਂ ਦੇ ਉੱਤੇ ਜੋ ਸ਼੍ਰੋਮਣੀ ਕਮੇਟੀ ਨੇ ਪ੍ਰਿੰਟ ਕੀਤਾ ਸੀ। ਸਰਦਾਰ ਈਸ਼ਰ ਸਿੰਘ ਮਝੈਲ ਦਾ ਉਹਦੇ ਵਿੱਚ ਇੱਕ ਲੇਖ ਹੈ, ਔਰ ਉਸ ਲੇਖ ਵਿੱਚ ਇੱਕ ਉਹਨਾਂ ਨੇ ਹੱਡ ਬੀਤੀ ਲਿਖੀ ਹੈ। ਕਹਿੰਦੇ ਮੈਂ ਗੁਜਰਾਤ ਵਿੱਚ ਸਾਂ। ਉਹ ਕਹਿੰਦੇ ਵੀ ਮੈਨੂੰ ਮੇਰੇ ਦੋਸਤ ਸ਼ਮਸ਼ੇਰ ਸਿੰਘ ਅਸ਼ੋਕ ਨੇ ਕਹਾਣੀ ਸੁਣਾਈ ਵੀ ਮੈਂ ਗੁਜਰਾਤ ਵਿੱਚ ਸਾਂ ਤੇ ਸਰਦੀਆਂ ਦੇ ਦਿਨਾਂ ਵਿੱਚ ਸੂਰਜ ਨਿਕਲਿਆ ਤੇ ਉਹ ਜਿਹੜਾ ਸਰੇਵੜਾ ਸੀ ਉਹਨੂੰ ਥੋੜਾ ਨਿੱਘ ਆਇਆ ਤੇ ਉਹ ਜਿਹੜਾ ਉਹਨੇ ਕੱਪੜਾ ਪਾਇਆ ਸੀ, ਉਹਦੀਆਂ ਜਿਹੜੀਆਂ ਅੰਦਰ ਸੀਨਾ ਹੁੰਦੀਆਂ ਨਾ, ਸੀਨਾ, ਉਹਦੇ 'ਚ ਜੂਆਂ ਪਈਆਂ ਸਨ। ਉਹਨਾਂ ਨੂੰ ਲਾ ਕੇ ਜਿਹੜਾ ਗੋਲ ਜਿਹਾ ਚੱਕਰ ਸੀ, ਦੁਆਲੇ ਟ੍ਰੈਫਿਕ ਚੱਲਦੀ ਸੀ, ਵਿੱਚ ਪਾਰਕ ਜੀ ਬਣੀ ਸੀ, ਉੱਥੇ ਬਹਿ ਕੇ ਨਾ ਉਹਨੂੰ ਪੁੱਠਾ ਕਰਕੇ ਤੇ ਉਹਦੇ ਥੋੜੀ ਜਿਹੀ ਕੱਖ ਲੈ ਕੇ ਛਿਲੜਾ ਅੱਗ ਬਾਲ ਦਿੱਤੀ ਤੇ ਉਹਦੇ ਵਿੱਚੋਂ ਇੱਕ ਇੱਕ ਕਰਕੇ ਜੂੰ ਕੱਢੇ, ਲੱਭੇ ਤੇ ਉਹਦੇ 'ਚ ਸੁੱਟਦਾ, ਕੱਢੇ ਤੇ ਸੁੱਟਦਾ। ਤੇ ਉਹ ਨਿਗਾਹ ਪੈ ਗਈ ਕਿਸੇ ਜੈਨੀ ਦੀ। ਹੁਣ ਵਹਿਮ ਬੜਾ ਕਰਦੇ ਨੇ। ਉਹਦੇ ਕੋਲ ਗਿਆ ਤੇ ਕਹਿਣ ਲੱਗਾ ਭਾਈ ਇਹ ਕਿਉਂ ਪਾਪ ਕਰਨਾ? ਉਹ ਕਹਿਣ ਲੱਗਾ ਮੈਂ ਪਾਪ ਨਹੀਂ ਕਰਦਾ, ਇਹ ਮੇਰਾ ਖੂਨ ਪੀਂਦੀਆਂ ਨੇ, ਮੈਂ ਕੀ ਕਰਾਂ? ਮੇਰੇ ਕੋਲ ਹੋਰ ਕੱਪੜੇ ਕੋਈ ਨਹੀਂ ਹੁੰਦੇ ਤੇ ਮੈਂ ਉਹ ਪਾ ਲੈਂਦਾ ਤੇ ਇਹਨੂੰ ਮੈਂ ਨਾ ਸਾੜਦਾ। ਤੋ ਕਹਿੰਦੇ ਨੇ ਵੀ ਉਸ ਵਿਅਕਤੀ ਨੇ ਉਹਨੂੰ ਲਾਲਚ ਦਿੱਤਾ, ਪਰ ਉਹ ਫਿਰ ਵੀ ਜੂਆਂ ਕੱਢ ਕੇ ਮਾਰੀ ਜਾਏ। ਲਾਲਚ ਉਹਨੇ ਹੋਰ ਦਿੱਤਾ ਔਰ ਕਹਾਣੀਕਾਰ ਕਹਿੰਦਾ ਵੀ ਲਾਲਚ ਬਹੁਤ ਜ਼ਿਆਦਾ ਦਿੱਤਾ ਤੇ ਉਹ ਮੰਨ ਗਿਆ। ਉਹਨੇ ਉਹਦੇ ਕੋਲੋਂ ਰੁਪਈਏ ਫੜ ਲਏ ਤੇ ਉਹ ਜਿਹੜੇ ਝੱਗੇ ਦੇ ਵਿੱਚ ਜੂਆਂ ਪਈਆਂ ਸਨ ਉਹਨੂੰ ਉਸ ਤਰ੍ਹਾਂ ਹੀ ਪਰਾਂ ਕਰਕੇ ਰੱਖ ਦਿੱਤਾ, ਜੂਆਂ ਦੇ ਵਸੇਬੇ ਵਾਸਤੇ। ਜਿਸ ਦੇਸ਼ ਵਿੱਚ ਦਇਆ ਇਸ ਤਰ੍ਹਾਂ ਵਹਿਮ ਬਣ ਜਾਏ, ਫਿਰ ਉਸ ਦੇਸ਼ ਦੀਆਂ 30,000 ਲੜਕੀਆਂ ਕੀ ਭਾਵੇਂ ਕੋਈ 30 ਲੱਖ ਲੜਕੀਆਂ ਬੰਦੀ ਬਣਾ ਕੇ ਲੈ ਜਾਏ। ਇੰਨਾ ਵਹਿਮ ਵੀ ਜੂਆਂ ਮਰ ਰਹੀਆਂ ਨੇ ਤੇ ਪਾਪ ਹੋ ਰਿਹਾ ਨੇ, ਮੇਰੇ ਤੋਂ ਰੁਪਈਏ ਲੈ ਲੈ, ਤੂੰ ਹੋਰ ਕੱਪੜੇ ਬਣਾ ਲਈ, ਇਹਨੂੰ ਜੂਆਂ ਦੇ ਵਸੇਬੇ ਵਾਸਤੇ ਹੀ ਛੱਡ ਦੇ। ਇਹ ਰੁੰਡ ਮੁੰਡ ਹੋ ਜਾਂਦੇ ਨੇ। ਕਿਉਂ? ਜੇ ਵਾਲ ਰੱਖਾਂਗੇ ਤੇ ਉਹ ਚੱਲਿਓ, ਵਾਲ ਰੱਖੋ, ਉਹਨਾਂ ਨੂੰ ਚੰਗੇ ਸ਼ੈਂਪੂ ਨਾਲ ਧੋਵੋ, ਸੋਹਣੇ ਖੁਸ਼ਬੂਦਾਰ ਤੇਲ ਲਾਓ, ਦੋਵੇਂ ਵੇਲੇ ਕੰਘਾ ਕਰੋ, ਸੁੰਦਰ ਜੂੜਾ ਬੰਨੋ, ਉੱਤੇ ਦਸਤਾਰਾ ਸਜਾਓ। ਜੂਆਂ ਕਿਵੇਂ ਪੈ ਜਾਣਗੀਆਂ ਜਦੋਂ ਨਹਾਉਣਾ ਹੀ ਨਹੀਂਗਾ? ਮਹਾਰਾਜ ਨੇ ਫਿਰ ਗੁੱਸੇ ਹੋ ਕੇ ਕਿਹਾ ਸੀ, ਨਾਨਕ ਜੇ ਸਿਰ ਖੁੱਥੇ ਨਹਾਵਣ ਨਹੀਂ, ਸਿਰ ਖੁੱਥੇ ਇਹਨਾਂ ਨੂੰ ਤਾਂ ਕਹਿੰਦੇ ਵੀ ਸਵਾਹ ਰੱਖ ਲੈਂਦੇ, ਇਉਂ ਚੁਟਕੀ ਉਹਦੇ ਨਾਲ ਲਬੇੜ ਲੈਂਦੇ ਵੀ ਹੱਥ ਤਿਲਕੇ ਨਾ, ਤੇ ਇੱਕ ਇੱਕ ਵਾਲ ਕਰਕੇ ਖੋਂਦੇ। ਉਹਨੂੰ ਪੀੜ ਹੁੰਦੀ, ਉਹਨੂੰ ਕਹਿੰਦੇ ਪੀੜ ਨਾ ਮਹਿਸੂਸ ਕਰ, ਅਬ ਦੁੱਖ ਫਿਰ ਸੁੱਖ, ਅਬ ਦੁੱਖ ਫਿਰ ਸੁੱਖ, ਅਬ ਦੁੱਖ, ਔਰ ਸਾਰਾ ਸਿਰ ਪੁੱਟਦੇ ਨੇ। ਇਸ ਕਰਕੇ ਗੁਰੂ ਨਾਨਕ ਇਹਨਾਂ ਨੂੰ ਸਿਰ ਖੁੱਥੇ ਕਹਿੰਦੇ ਨੇ। ਤੇ ਅਖੀਰ ਵਿੱਚ ਸ਼ਲੋਕ ਵਿੱਚ ਕਹਿੰਦੇ ਨੇ, ਨਾਨਕ ਜੇ ਸਿਰ ਖੁੱਥੇ ਨਹਾਵਣ ਨਹੀਂ ਤਾਂ 7 ਚੱਟੇ ਸਿਰ ਸ਼ਾਹੀ, ਇਹਨਾਂ ਦੇ ਸਿਰ 'ਚ 7 ਚੁਟਕੀਆਂ ਸਵਾਹ ਦੀਆਂ ਪਾਓ। ਨਹਾਉਂਦੇ ਹੀ ਕੋਈ ਨਹੀਂ ਗੇ, ਕੇਸ ਨਹੀਂ ਰੱਖਦੇ, ਵਹਿਮ ਕਰਦੇ।
ਹੁਣ ਵੇਖੋ, ਜੋਗੀ ਕਹਿੰਦੇ ਨੇ ਜਿਹੜਾ ਜੋਗੀ ਬਣੇਗਾ ਪ੍ਰਭੂ ਦੀ ਪ੍ਰਾਪਤੀ, ਯੋਗ ਸਭ ਤੋਂ ਉੱਤੇ ਹੈ। ਤੇ ਜਿਹੜੇ ਸਾਧ ਸੰਗਤ ਸਰੇਵੜੇ ਨੇ, ਸੰਨਿਆਸੀ ਨੇ, ਉਹ ਕਹਿੰਦੇ ਨੇ ਵੀ ਨਹੀਂ, ਇਹ ਇਹਨਾਂ ਤੋਂ ਥੋੜੇ ਜੁਦਾ ਨੇ ਨਾ, ਜੋਗੀਆਂ ਦੀਆਂ 12 ਸੰਪਰਦਾਵਾਂ ਨੇ। ਰੁੰਡਤ ਮੁੰਡਤ ਸੰਨਿਆਸੀ ਤੇ ਸਰੇਵੜੇ ਇੱਕ ਹੈ ਸ਼ਬਦੀ। ਇੱਕ ਹੈ ਸ਼ਬਦੀ ਇਹਨਾਂ ਨੂੰ ਤਾਂ ਆਉਂਦੇ ਨੇ ਵੀ ਇੱਕੋ ਹੀ ਸ਼ਬਦ ਦੇ ਉਚਾਰਨ ਜ਼ਿਆਦਾ ਕਰਦੇ ਨੇ। ਕੀ? ਆਦੇਸ਼, ਆਦੇਸ਼, ਇੱਕੋ ਹੀ ਸ਼ਬਦ ਬੋਲਣਾ, ਇਸ ਲਈ ਇੱਕ ਹੈ ਸ਼ਬਦੀ ਇਹਨਾਂ ਨੂੰ, ਇੱਕੋ ਹੀ ਸ਼ਬਦ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇਹ ਕਹੇ ਕਿ ਇਹ ਕਹਿੰਦੇ ਨੇ ਸੰਨਿਆਸੀ ਸਰੇਵੜੇ ਕੀ ਕਹਿੰਦੇ ਨੇ? ਇਹ ਕਹੇ ਸਿੱਧ ਪਾਈ, ਕਾਮਯਾਬੀ ਸਾਨੂੰ ਮਿਲੀ ਹੈ। ਇੱਥੇ ਸਿੱਧ ਦੇ ਅਰਥ ਸਫਲਤਾ ਨੇ, ਸਫਲਤਾ ਮਾਇਨੇ ਕਾਮਯਾਬੀ, ਸਕਸੈਸ। ਇਹ ਕਹਿੰਦੇ ਸਾਨੂੰ ਕਾਮਯਾਬੀ ਮਿਲੀ। ਹੁਣ ਇਹਦੇ ਚੋਂ ਕੀ ਨਿਕਲਿਆ? ਧਿਆਨ ਦਿਆ, ਮੈਂ ਚੰਗਾ ਵਾਂ, ਮੇਰੀ ਸੰਪਰਦਾ ਚੰਗੀ ਹੈ, ਮੇਰਾ ਦੇਸ਼ ਦੂਜਿਆਂ ਨਾਲੋਂ ਚੰਗਾ ਹੈ, ਮਾਫ ਕਰਨਾ। ਬ੍ਰਹਮੰਡੀ ਸੋਚ ਦੇ ਧਾਰਨੀ ਬਣ ਜਾਈਏ ਤੇ ਦੇਸ਼ ਸਾਰੇ ਚੰਗੇ ਨੇ, ਤੇ ਜਿਹੜਾ ਚੰਗਾ ਹੈ ਹੀ ਨਹੀਂ, ਉਹਨੂੰ ਜਿੰਨੇ ਮਰਜ਼ੀ ਗੀਤ ਬਣਾਈਏ ਕਿਵੇਂ ਚੰਗਾ ਬਣ ਜਾਏਗਾ? ਜਿੱਥੇ ਹੋ ਕੇ ਲੈ ਲੈ ਕੇ ਜ਼ਿੰਦਗੀ ਗੁਜ਼ਰ ਜਾਏ। ਮਨੁੱਖ ਦੀ ਕੁੱਲੀ ਗੁੱਲੀ ਤੇ ਜੁੱਲੀ ਦਾ ਵੀ ਪ੍ਰੋਪਰ ਪ੍ਰਬੰਧ ਨਾ ਹੋਵੇ। ਹੁਣ ਜਿੰਨੇ ਮਰਜ਼ੀ ਕਹਿ ਲਈਏ ਜੀ ਇਦਾਂ ਹੈ ਉਦਾਂ ਹੈ, ਮਾਫ ਕਰਨਾ, ਜਿਹੜੇ ਵਿਅਕਤੀ ਨੂੰ ਛੱਤ ਨਹੀਂ ਮਿਲਿਆ, ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ, ਬਿਮਾਰ ਹੋਵੇ ਤੇ ਪਾਲੇ ਪੈ ਜਾਂਦੇ ਨੇ, ਦਵਾਈ ਕਿੱਥੋਂ ਲਵਾਂਗਾ? ਹੁਣ ਉਹਦੇ ਅੰਦਰ ਜੋ ਬੀਤਦੀ ਉਹਨੂੰ ਪੁੱਛੋ ਵੀ ਉਹਨੂੰ ਚੰਗਾ ਲੱਗਦਾ ਕਿ ਮਾੜਾ ਲੱਗਦਾ। ਤਾਂ ਕੋਈ ਦੇਸ਼ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰਦਾ, ਵਿਸ਼ਵ ਦੇ ਵਿੱਚ ਕੋਈ ਇੱਕ ਵੀ ਦੇਸ਼ ਦਾ ਇਸ ਤਰ੍ਹਾਂ ਦਾ ਗੀਤ ਨਹੀਂ ਗਾ ਵੀ ਸਾਡਾ ਦੇਸ਼ ਸਾਰੇ ਜਹਾਨ ਤੋਂ ਚੰਗਾ। ਪਰ ਚੰਗੇ ਉਹ ਹੈਗੇ ਨੇ, ਜਿਹੜੇ ਚੰਗੇ ਨੇ ਉਹਨਾਂ ਨੂੰ ਚੰਗਾ ਕਹਿਣਾ ਨਹੀਂ ਪੈਂਦਾ। ਮੈਂ ਵੀ ਅਰਜ਼ ਕਰਾਂ, ਕਦੀ ਇਨਸਾਨ ਨੇ, ਮਨੁੱਖ ਨੇ ਕਿਸੇ ਨੂੰ ਖੜਾ ਕਰਕੇ ਮੋਢੇ ਤੋਂ ਹਿਲਾ ਕੇ ਆਖਿਆ ਯਾਰ ਤੈਨੂੰ ਇੱਕ ਗੱਲ ਦਾ ਪਤਾ ਹੈ ਮੈਂ ਬੰਦਾ ਵਾਂ? ਤੇ ਉਹ ਹੱਸੇਗਾ ਵੀ ਤੂੰ ਤੇ ਬੰਦਾ ਹੈ, ਮੈਨੂੰ ਪਤਾ ਹੈ, ਦੱਸਣ ਦੀ ਕੀ ਲੋੜ ਹੈ? ਤੋ ਹੱਛੇ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਹੱਛਾ ਵਾਂ। ਕੋਈ ਕੰਟਰੀ ਇਹ ਨਹੀਂ ਕਹਿੰਦੀ ਵੀ ਸਾਡੀ ਕੰਟਰੀ ਸਭ ਤੋਂ ਅੱਛੀ ਹੈ, ਪਰ ਇਹ ਹਕੀਕਤ ਹੈ ਵੀ ਸਰਵੇ ਹੁੰਦੇ ਨੇ, ਮੈਰਿਟ ਬਣਦੀ ਹੈ, ਔਰ ਬਹੁਤ ਸਾਰੀਆਂ ਕੰਟਰੀਆਂ ਉਸ ਮੈਰਿਟ ਵਿੱਚ ਆਉਂਦੀਆਂ। ਐਸੇ ਐਸੇ ਦੇਸ਼ ਨੇ ਪਿਆਰਿਓ, ਤੁਸੀਂ ਵਾਸ਼ਰੂਮ ਜਾਓ ਨਾ, ਵਾਸ਼ਰੂਮ ਜਨਤਕ ਥਾਵਾਂ ਤੇ ਤੁਹਾਡੀ ਇਸ ਕਰੰਸੀ ਮੁਤਾਬਕ ਤੁਸੀਂ ਉਸ ਸਰਕਾਰ ਨੂੰ 300-400 ਰੁਪਏ ਚ ਪੈਂਦੇ ਹੋ। ਇੰਨਾ ਸਾਫ ਸੁਥਰਾ, ਏਡੇ ਵਧੀਆ ਸ਼ੈਂਪੂ, ਔਰ ਇਤਨੇ ਵੱਡੇ ਟਾਵਲ, ਇਦੋਂ ਘੱਟ ਟਾਵਲ ਨਹੀਂ, ਤੁਸੀਂ ਉਹਨੂੰ ਪਕੜਨਾ, ਉਹ ਆ ਜਾਣਾ, ਉਹਦੇ ਨਾਲ ਤੁਸੀਂ ਹੱਥ ਪੂੰਝੋ, ਮੂੰਹ ਪੂੰਝੋ, ਉਹਨੂੰ ਘਰ ਵਿੱਚ ਸੁੱਟਣਾ, ਦੁਬਾਰਾ ਉਹਨੇ ਯੂਜ਼ ਨਹੀਂ ਹੋਣਾ। 200, 300, 400 ਰੁਪਏ ਨੂੰ ਤੁਸੀਂ ਵਾਸ਼ਰੂਮ ਕਰਨ ਚਲੇ ਜਾਓ ਤੇ ਗਵਰਨਮੈਂਟ ਨੂੰ ਪੈਂਦੇ ਹੋ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵਰਤੋ, ਇਹ ਹਿਊਮਨ ਬੀਇੰਗ ਨੇ, ਹਿਊਮਨ ਰਾਈਟਸ ਨੇ, ਇਹ ਤੁਹਾਡਾ ਹੱਕ ਹੈ। ਪਰ ਉਹਨਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਸਾਡੀ ਕੰਟਰੀ ਬਹੁਤ ਚੰਗੀ ਹੈ, ਮੇਰਾ ਦੇਸ਼ ਬੜਾ ਚੰਗਾ ਹੈ, ਮੇਰੀ ਕੌਮ ਦੂਜੀਆਂ ਕੌਮਾਂ ਨਾਲੋਂ ਉੱਤੇ ਵੇ। ਹੁਣ ਅਸੀਂ ਜੋਗੀਆਂ ਨੂੰ ਕਹੀਏ ਵੀ ਜੋਗੀ ਇਹ ਗਲਤ ਕਰਦੇ ਨੇ, ਸਰੇਵੜੇ ਗਲਤ ਕਰਦੇ ਨੇ, ਸੰਨਿਆਸੀ ਗਲਤ ਕਰਦੇ ਨੇ, ਫਿਰ ਤੇ ਠੀਕ ਹੈ। ਤੇ ਜੇ ਅਸੀਂ ਕਹੀਏ ਵੀ ਸਿੱਖ ਵੀ ਗਲਤ ਕਰਦੇ ਨੇ, ਜਦੋਂ ਕਹਿੰਦੇ ਨੇ ਵੀ ਮੇਰੀ ਕੌਮ ਸਾਰਿਆਂ ਤੋਂ ਚੰਗੀ ਹੈ, ਦੂਜੀਆਂ ਨਹੀਂ, ਤੇ ਫਿਰ ਸਾਨੂੰ ਥੋੜਾ ਜਿਹਾ ਗੱਲ ਪਿੰਚ ਕਰ ਜਾਂਦੀ, ਫਿਰ ਉੱਥੇ ਅਸੀਂ ਵੀ ਰੌਂਗ ਹੋ ਜਾਂਦੇ ਹਾਂ। ਤੋ ਕਦੀ ਕਦੀ ਅਹੰਕਾਰ ਦਾ ਕਾਰਨ ਸਾਡੀਆਂ ਜਥੇਬੰਦੀਆਂ ਵੀ ਬਣਦੀਆਂ। ਤੁਸੀਂ ਆਪਣੀ ਕੌਮ ਦੀ ਗੱਲ ਲੈ ਲਓ, ਮੈਂ ਤੇ ਗੁਰਦੁਆਰਿਆਂ ਦੀ ਤੁਹਾਨੂੰ ਗੱਲ ਦੱਸਣਾ। ਇੱਕ ਵਿਦਿਆਰਥੀ ਮਿਸ਼ਨਰੀ ਕਾਲਜ ਚੋਂ ਪੜ੍ਹ ਕੇ ਆਇਆ, ਇੱਕ ਟਕਸਾਲ ਚੋਂ ਪੜ੍ਹ, ਦੋਵੇਂ ਇੱਕੋ ਗੁਰਦੁਆਰੇ ਗ੍ਰੰਥੀ ਲੱਗ ਜਾਣ, ਉਹਨਾਂ ਦੀ ਆਪਸ ਚ ਨਹੀਂ ਬਣ, ਲੜ ਪੈਂਦੇ। ਤੈਨੂੰ ਮਰਿਆਦਾ ਦਾ ਨਹੀਂ ਪਤਾ, ਇਹ ਮਰਿਆਦਾ ਥੋੜਾ, ਮਰਿਆਦਾ ਏਦਾਂ, ਇਹ ਪਾਠ ਏਦਾਂ ਉਚਾਰਨ ਥੋੜਾ ਕਰਨਾ, ਏਦਾਂ ਕਰਨਾ। ਹੁਣ ਬਾਕੀ ਤੇ ਗੱਲਾਂ ਹੀ ਛੱਡ ਦਿਓ ਨਾ, ਜਿਨ੍ਹਾਂ ਨੇ ਸਾਡਾ ਮਾਰਗਦਰਸ਼ਨ ਕਰਨਾ, ਜਿਨ੍ਹਾਂ ਤੋਂ ਅਸੀਂ ਸਿੱਖਣਾ, ਉੱਥੇ ਈਗੋ ਹੈ ਵੀ ਜੋ ਮੇਰੀ ਸੰਸਥਾ ਵਿੱਚ ਸਿਖਾਇਆ ਜਾਂਦਾ ਨਾ, ਉਹ ਹੋਰ ਕਿਸੇ ਸੰਸਥਾ 'ਚ ਨਹੀਂ ਸਿਖਾਇਆ ਜਾਂਦਾ। ਇਹ ਵੀ ਤੇ ਈਗੋ ਹੈ ਨਾ। ਮੈਂ ਅਰਥ ਕੀਤੀ ਸੂਖਸ਼ਮ ਹੈ, ਰੋਗ ਬਰੀਕ ਹੈ, ਇਹਨੂੰ ਪਕੜਨਾ ਬਹੁਤ ਇਹਤਿਆਤ ਵਰਤਣੀ ਪੈਂਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਜਿੱਥੋਂ ਗੁਣ ਮਿਲਦਾ ਹੈ ਉੱਥੋਂ ਲੈ ਲਓ, ਔਰ ਜੇ ਕੋਈ ਤੁਹਾਡੇ ਕੋਲੋਂ ਲੈਣਾ ਚਾਹੁੰਦਾ ਹੈ ਤੇ ਉਹਨੂੰ ਦੇ ਦਿਓ, ਵੰਡਣ ਨਾਲ ਘਟਦਾ ਨਹੀਂਗਾ, ਵੱਧਦਾ।
ਇਹ ਕਹਿੰਦੇ ਨੇ ਅਸੀਂ ਸਫਲ ਹਾਂ। ਕੌਣ? ਸਰੇਵੜੇ ਤੇ ਸੰਨਿਆਸੀ ਕਹਿੰਦੇ ਸਿੱਧੀ ਸਾਨੂੰ ਮਿਲੀ ਹੈ, ਸਫਲਤਾ ਸਾਨੂੰ ਮਿਲੀ। ਜੋਗੀ ਕਹਿੰਦੇ ਨੇ ਜੋਗ ਫਲ ਮੀਠਾ, ਅਵਰ ਨਾ ਦੂਜਾ ਪਾਈ। ਰੁੰਡਤ ਮੁੰਡਿਤ ਏਕੈ ਸ਼ਬਦੀ ਇਹ ਕਹੈ ਸਿੱਧ ਪਾਈ। ਪਰ ਅਸਲ ਗੱਲ ਕੀ ਹੈ? ਹਰ ਬਿਨ ਭਰਮ ਭੁਲਾਨੇ ਅੰਧਾ, ਜਾਪੈ ਜਾਉ ਆਪ ਛੁਟਕਾਵਨ ਤੇ ਫਾਂਦੇ ਬਹੁ ਫੰਦਾ। ਹਰੀ ਦੇ ਨਾਮ ਤੋਂ ਬਿਨਾ ਸਾਰੇ ਹੀ ਅੰਨੇ ਹੋਏ ਫਿਰਦੇ ਹੰਕਾਰ ਵਿੱਚ। ਮੈਂ ਜਿਹਦੇ ਕੋਲ ਵੀ ਆਪਣੀ ਹਉਮੈ ਦੇ ਬੰਧਨ ਕਟਾਉਣ ਵਾਸਤੇ ਜਾਣਾ ਨਾ, ਵੀ ਭਰਾਵਾ ਮੇਰੇ ਹਉਮੈ ਦੇ ਬੰਧਨ ਕੱਟ ਦੇ। ਵੇਖੋ ਇੱਕ ਗੱਲ ਸਮਝੋ, ਜੇ ਦੋ ਬੰਦਿਆਂ ਨੂੰ ਬੇੜੀਆਂ ਵੀ ਲੱਗੀਆਂ ਨੇ ਤੇ ਹੱਥਕੜੀਆਂ ਵੀ ਲੱਗੀਆਂ ਨੇ, ਤੇ ਇੱਕ ਦੂਜੇ ਨੂੰ ਕਹੇ ਮੇਰੀਆਂ ਖੋਲ ਦੇ ਤੇ ਮੈਂ ਤੇਰੀਆਂ ਖੋਲ ਦਿਆਂਗਾ, ਉਹ ਕਿਵੇਂ ਖੋਲੇਗਾ? ਜਿਹਦੇ ਹੱਥਾਂ ਵਿੱਚ ਹੱਥਕੜੀਆਂ ਨਹੀਂ, ਪੈਰਾਂ 'ਚ ਬੇੜੀਆਂ ਨਹੀਂ, ਉਹ ਤੁਹਾਡੀ ਹੱਥਕੜੀ ਖੋਲ ਸਕਦਾ, ਉਹ ਤੁਹਾਡੀ ਬੇੜੀ ਖੋਲ ਸਕਦਾ। ਯਾਨੀ ਜਿਹੜਾ ਆਪ ਬੰਧਨਾਂ ਵਿੱਚ ਨਹੀਂ, ਉਹ ਤੁਹਾਨੂੰ ਬੰਧਨ ਮੁਕਤ ਕਰ ਸਕਦਾ। ਜਿਹੜਾ ਆਪ ਬੰਧਨ 'ਚ, ਉਹ ਤੁਹਾਨੂੰ ਬੰਧਨ ਮੁਕਤ ਨਹੀਂ ਕਰ ਸਕਦਾ। ਮੈਂ ਜਿਹਦੇ ਕੋਲ ਜਾਣਾ, ਉਹ ਖੁਦ ਹੰਕਾਰ ਦੇ ਬੰਧਨ ਵਿੱਚ ਵੱਜਾ ਹੋਇਆ ਹੈ। ਜੋਗੀ ਸਭ ਤੋਂ ਵੱਡੇ ਨੇ, ਸਰੇਵੜੇ ਵੱਡੇ ਨੇ, ਸੰਨਿਆਸੀ ਵੱਡੇ ਨੇ। ਤਾਂ ਮੈਂ ਕਹਿੰਦਾ ਵੀ ਤੂੰ ਮੈਨੂੰ ਕੀ ਖੋਲੇਗਾ? ਤੂੰ ਤੇ ਆਪ, ਤੇਰੇ ਹੱਥ ਵੱਜੇ ਹੋਏ ਨੇ। ਮਹਾਰਾਜ ਸਪਸ਼ਟ ਕਹਿ ਰਹੇ ਨੇ ਵੀ ਹਰ ਬਿਨ ਭਰਮ ਭੁਲਾਨੇ ਅੰਧਾ, ਜਾਂ ਪੈ ਜਾਉ ਆਪ ਛੁਟਕਾਵਣ। ਜਿਹਦੇ ਕੋਲੋਂ ਮੈਂ ਆਪਣੇ ਬੰਧਨ ਛਡਾਉਣ ਵਾਸਤੇ ਜਾਣਾ, ਤੇ ਬੰਦੇ ਬਹੁਤ ਫੰਦਾ, ਉਹ ਵੀ ਫੰਦਾਂ ਵਿੱਚ ਫਸਿਆ ਹੋਇਆ ਹੈ, ਉਹ ਵੀ ਬੰਧਨਾਂ ਵਿੱਚ। ਤੋ ਬੰਧਨ ਉਹ ਹੀ ਕੱਟੇਗਾ, ਗੁਰੂ ਕੱਟੇਗਾ, ਜਿਹਨੂੰ ਆਪ ਨੂੰ ਕੋਈ ਬੰਧਨ ਨਹੀਂ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬਕਾਰ ਤੇ ਹਟੈ। सतगुर सिख को नाम धन दे, गुर का सिख वडभागी है। सतगुर सिख का हलत पलत सवार है, नानक सतगुर सिख को जी नाल सवारे, जिंद नाल संभाल करता। मैं जिहदे कोल भी जाना, वो बझा होया है हंकार विच। साडा भी यही हाल है। साडे विच मोटियां मोटियां दर्जन कु संप्रदावां ने, आपस ਵਿੱਚ नहीं बनती। 12 ਮਿਸਲਾਂ ਸਨ ਕਿਸੇ ਜ਼ਮਾਨੇ ਕੌਮ ਦੀਆਂ। ਮਿਸਲ ਸ਼ਬਦ ਇਥੋਂ ਆਇਆ ਵੀ ਭਾਵੇਂ ਉਹਨਾਂ ਵਿੱਚ ਵੀ ਹਉਮੈ ਦਾ ਰੋਗ ਹੈਗਾ ਸੀ, ਪਰ ਅਕਾਲ ਤਖਤ ਸਾਹਿਬ ਤੋਂ ਆਕੀ ਨਹੀਂ ਸਨ। ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਸੀ ਵੀ ਹਰੇਕ ਮਿਸਲ ਦਾ ਮੁਖੀ, ਹਰੇਕ ਜਥੇਬੰਦੀ ਦਾ ਮੁਖੀ ਦੀਵਾਲੀ ਤੇ ਵਿਸਾਖੀ ਤੇ ਅਕਾਲ ਤਖਤ ਸਾਹਿਬ ਹਾਜ਼ਰ ਹੋਵੇ। ਉਹ ਦੱਸੇ ਕਿੰਨੇ ਪਿੰਡਾਂ ਤੇ ਉਹਦਾ ਰਾਜ ਹੈ, ਔਰ ਉਹਦਾ ਟੈਕਸ ਹੈ ਅਕਾਲ ਤਖਤ ਸਾਹਿਬ ਤੇ। ਉਹ ਫਿਰ ਹਰੇਕ ਜਥੇਦਾਰ ਉੱਥੇ ਹਾਜ਼ਰ ਹੁੰਦਾ, ਉਹਨੇ ਕੱਚੇ ਫਾਈਲ ਮਾਰੀ ਹੁੰਦੀ। ਉਦੋਂ ਫਾਰਸੀ ਦਾ ਬੋਲਬਾਲਾ ਸੀ, ਪਸ਼ਚਿਮ ਦਾ। ਤਾਂ ਉਸ ਬੋਲੀ 'ਚ ਫਾਈਲ ਨੂੰ ਕੀ ਕਹਿੰਦੇ? ਮਿਸਲ। ਉਹ ਕੱਚੇ ਮਾਰੀ ਹੁੰਦੀ, ਉਹਦੇ ਬਾਹਰ ਲਿਖਿਆ ਹੁੰਦਾ ਸ਼ੁਕਰ ਚੱਕੀਆ ਭੰਗੀ, 12 ਮਿਸਲਾਂ ਨੇ। ਉਥੋਂ ਮਿਸਲ ਸ਼ਬਦ ਜਿਹੜਾ ਚੱਲਿਆ। ਮਿਸਲ ਮੀਨ ਵੈਸੇ ਫਾਈਲ ਹੁੰਦਾ ਜਿਹਦੇ ਵਿੱਚ ਕਾਗਜ਼ਾਤ ਹੁੰਦੇ ਨੇ, ਬਈ ਫਲਾਂ 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 ਪਿੰਡ ਮੇਰੇ ਕੋਲ ਹੈ, ਔਰ ਇੰਨਾ ਟੈਕਸ ਹੁੰਦਾ ਹੈ, ਮੇਰੇ ਘੋੜਿਆਂ ਤੇ ਫੌਜ ਦੀ ਤਨਖਾਹ ਤੇ ਵਰਦੀਆਂ ਤੇ ਕੌਮੀ ਕੰਮਾਂ ਤੇ ਇੰਨਾ ਖਰਚ ਹੁੰਦਾ ਹੈ, ਦਸਵੰਧ ਇਤਨਾ ਬਣਦਾ, ਸੋ ਲੈ ਕੇ ਹਾਜ਼ਰ। ਏਦਾਂ ਹੁੰਦਾ ਸੀ। ਹੁਣ ਉਹ 12 ਮਿਸਲਾਂ ਵਾਲੇ ਆਪਸ ਵਿੱਚ ਵੀ ਲੜ ਪੈਂਦੇ ਸਨ। ਮੈਂ ਤੇ ਇੱਥੋਂ ਤੱਕ ਪੜ੍ਹਿਆ ਇਤਿਹਾਸ ਵਿੱਚੋਂ, ਕਈ ਵਾਰ ਪੱਠਿਆਂ ਦੀ ਪੰਡ ਤੋਂ ਹੀ ਲੜ ਪੈਣਾ। ਇਸ ਪਿੰਡ ਮੇਰੇ ਕਬਜ਼ੇ 'ਚ, ਤੂੰ ਘੋੜਿਆਂ ਲਈ ਇੱਥੋਂ ਪੱਠੇ ਕਿਉਂ ਵੱਡੇ? ਏਦਾਂ ਵੀ ਹੋਇਆ। ਪਰ ਜਦੋਂ ਕੋਈ ਬਾਹਰੋਂ ਹਮਲਾਵਰ ਆਉਂਦਾ ਸੀ, ਉਦੋਂ 12 ਦੇ 12 ਇਕੱਠੇ ਹੋ ਕੇ ਉਹਦਾ ਮੁਕਾਬਲਾ ਵੀ ਕਰਦੇ ਸਨ। ਇਹ ਚੰਗੀ ਗੱਲ ਵੀ ਸੀ। ਹੁਣ ਜਦੋਂ 12 ਮਿਸਲਾਂ ਆਪਣੇ ਆਪਣੇ ਤੌਰ ਤੇ ਵਿਚਰਦੀਆਂ ਨੇ, ਤੇ ਰਾਜ ਅਫਗਾਨਿਸਤਾਨ ਤੱਕ ਤੇ ਚਾਈਨਾ ਤੱਕ ਨਹੀਂ ਹੋਇਆ। ਪਰ ਜਦੋਂ ਚੜ੍ਹਤ ਸਿੰਘ ਦੇ ਪੋਤਰੇ ਰਣਜੀਤ ਸਿੰਘ ਨੇ 12 ਭੰਨ ਕੇ ਇੱਕ ਬਣਾਈ, ਖਾਲਸਾ ਦਲ ਬਣਾਇਆ ਉਹਦਾ, ਉਦੋਂ ਫਿਰ ਦੂਰ ਦੂਰ ਤੱਕ ਰਾਜ ਹੋਇਆ। ਅੱਜ ਵੀ ਇਹ ਸਾਡੀ ਸਮੱਸਿਆ। ਜਥੇਬੰਦੀਆਂ ਮੋਟੀਆਂ ਮੋਟੀਆਂ ਦਰਜਨ ਦੇ ਕਰੀਬ ਨੇ, ਇੱਕ ਜਥੇਬੰਦੀ ਦੂਜੇ ਜਥੇਬੰਦੀ ਨੂੰ ਲਾਈਕ ਨਹੀਂ ਕਰਦੀ। ਗੁਰੂ ਨੂੰ ਉਹਨਾਂ ਨਹੀਂ ਵਡਿਆਉਂਦੇ ਜਿੰਨਾ ਆਪਣੀ ਜਥੇਬੰਦੀ ਨੂੰ ਵਡਿਆਉਂਦੇ। ਤੋ ਜਦੋਂ ਅਸੀਂ ਆਪਣੀ ਆਪਣੀ ਜਥੇਬੰਦੀ ਨੂੰ ਹਾਈਲਾਈਟ ਕਰਨ ਵਿੱਚ ਲੱਗ ਜਾਾਂਗੇ, ਕੌਮ ਹਾਈਲਾਈਟ ਨਹੀਂ ਹੋਵੇਗੀ। ਅੱਜ ਸਾਡਾ ਇਹੀ ਹਾਲ ਹੈ। ਮੈਂ ਮਿਸ਼ਨਰੀ ਹਾਂ, ਦੂਜਾ ਕਹਿੰਦਾ ਮੈਂ ਕਿਹੜਾ ਘੱਟ ਹਾਂ, ਮੈਂ ਟਕਸਾਲੀ ਹਾਂ।
ਮੈਨੂੰ ਖਿਮਾ ਕਰਨਾ, ਮੈਂ ਗੱਲ ਸਮਝਣ ਲਈ ਅਰਜ਼ ਕਰ ਰਿਹਾ। ਉਹ ਕਹਿੰਦਾ ਮੈਂ ਮਿਸ਼ਨਰੀ ਹਾਂ, ਉਹ ਕਹਿੰਦਾ ਮੈਂ ਟਕਸਾਲੀ ਹਾਂ, ਉਹ ਕਹਿੰਦਾ ਮੈਂ ਨਾਨਕਸਰੀਆਂ ਵਾਂ, ਮੈਂ ਖੰਡ ਕੀਰਤਨੀ ਜੱਥੇ ਵਾਲਾ, ਮੈਂ ਨਸ਼ਹਿਰੇ ਵਾਲਾ ਵਾਂ। ਨੀਲਾ ਜਿਹਾ ਪਰਨਾ ਲੱਕ ਨੂੰ ਕੁੱਟ ਕੇ ਬੰਨ੍ਹਦੇ ਗੁਰਮੁਖ ਪਿਆਰੇ, ਕੋਈ ਹਰਜ ਨਹੀਂ, ਚੰਗੀ ਗੱਲ ਹੈ। ਇਸੇ ਤਰ੍ਹਾਂ ਤੁਸੀਂ ਤੁਰੇ ਜਾਓ ਤੇ ਉਦਾਸੀ, ਨਿਰਮਲੇ, ਹਾਂਜੀ, ਨਿਹੰਗ ਸਿੰਘ ਜਥੇਬੰਦੀਆਂ ਤੋਂ ਦਰਜਨ ਤੋਂ ਘੱਟ ਨਹੀਂ, ਵੱਧ ਭਾਵੇਂ। ਤੁਸੀਂ ਸੋਚੋ ਜੇ ਦਰਜਨ ਇਕੱਠੇ ਹੋ ਜਾਣ, ਵਾਦ ਵਿਵਾਦ ਛੱਡ ਦੇਣ, ਤੇ ਕਿੱਡੀ ਵੱਡੀ ਤਾਕਤ ਬਣ ਜਾਏਗੀ। ਪਰ ਨਹੀਂ, ਇਹ ਵੀ ਹਉ ਹੈ ਕਿ ਜਥੇਬੰਦੀਆਂ ਸਾਰੀਆਂ ਠੀਕ ਨੇ, ਸਾਰਿਆਂ ਤੋਂ ਅੱਵਲ ਜਥੇਬੰਦੀ ਮੇਰੀ ਹੈ। ਚਲੋ ਆਪਣੀ ਆਪਣੀ ਹੋਂਦ ਨੂੰ ਨਾ ਗਵਾਓ, ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਫੋਲੋ ਕਰਨਾ ਸ਼ੁਰੂ ਕਰ ਦਿਓ, ਤਾਂ ਵੀ ਅਸੀਂ ਇੱਕ ਦੂਜੇ ਦੇ ਨੇੜੇ ਲੱਗ ਜਾਾਂਗੇ। ਆਪਸੀ ਮਤਭੇਦ ਭੁਲਾ ਕੇ, ਹੁਣ ਉੱਥੇ ਦਿੱਕਤ ਕੀ ਆਉਂਦੀ ਹੈ ਵੀ ਜਿਹੜਾ ਸਾਡੀ ਜਥੇਬੰਦੀ ਦਾ ਬਾਨੀ ਸੀ ਉਹਨੇ ਤੇ ਇਦਾਂ ਦੱਸਿਆ, ਅਸੀਂ ਇਹਦੇ ਤੋਂ ਟਸ ਤੋਂ ਮਸ ਨਹੀਂ। ਦੂਜਾ ਕਹਿੰਦਾ ਵੀ ਸਾਡੇ ਬਾਨੀ ਨੇ, ਸਾਡੀ ਜਥੇਬੰਦੀ ਜਿਹਨੇ ਸ਼ੁਰੂ ਕੀਤੀ ਸੀ ਉਹਨੇ ਆਹ ਗੱਲ ਦੱਸੀ, ਇਹ ਛੱਡਣੀ, ਅਸੀਂ ਵੀ ਇਹ ਕੋਈ ਨਹੀਂ ਗੀ, ਉਹ ਤੇ ਗਲਤ ਹੋ ਨਹੀਂ ਸਕਦੇ। ਇੱਥੇ ਸਮੱਸਿਆ ਆਉਂਦੀ ਹੈ। ਔਰ ਲੈਬੋਰਟਰੀ ਵਿੱਚ ਇਸ ਸਮੱਸਿਆ ਨੂੰ ਲੈ ਜਾਈਏ ਤੇ ਲੈਬੋਰਟਰੀ ਕਹੇਗੀ ਇਹ ਹਉ ਹੈ, ਈਗੋ ਹੈ, ਮੈਂ ਚੰਗਾ ਹਾਂ, ਮੇਰੀ ਜਥੇਬੰਦੀ ਚੰਗੀ ਹੈ। ਅੱਜ ਮਹਾਰਾਜ ਸਪੈਸ਼ਲ ਇਸ ਪਾਸੇ ਧਿਆਨ ਦੇ ਰਹੇ ਨੇ। ਜੋਗ ਮਤ ਵਾਲੇ ਕਹਿੰਦੇ ਸਾਡੀ ਜਥੇਬੰਦੀ ਚੰਗੀ ਹੈ, ਸਰੇਵੜੇ ਕਹਿੰਦੇ ਸਾਡੀ, ਸੰਨਿਆਸੀ ਕਹਿੰਦੇ ਸਾਡੀ। ਮੈਂ ਆਪਣੀ ਹੰਕਾਰ ਦੇ ਬੰਧਨ, ਜਿਹਦੇ ਕੋਲ ਵੀ ਕਟਾਣ ਜਾਣਾ ਚਾਹੁੰਦਾ ਵਾ, ਉਹ ਪਹਿਲਾਂ ਹੀ ਹੰਕਾਰ ਦਾ ਸ਼ਿਕਾਰ ਹੈ, ਤੇ ਉਹ ਮੈਨੂੰ ਕਿੱਥੋਂ ਹੰਕਾਰ ਤੋਂ ਬਚਾਏਗਾ? ਸਮੱਸਿਆ ਆ। ਜਿਸ ਪੈ ਜਾਓ ਆਪ ਛੁਟਕਾਵਣ ਤੇ ਬਾਂਦੇ ਬਹੁ, ਜਾ ਪੈ ਜਾਓ ਆਪ ਛੁਟਕਾਵਣ ਤੇ ਬਾਂਦੇ ਬਹੁ ਫੰਦਾ, ਜੈ ਤੇ ਉਪਜੀ ਤਈ ਸਮਾਨੀ, ਇਹ ਬਿੰਦ ਬਿਸਰੀ ਤਬਈ। ਅਸੀਂ ਉਪਜੇ ਕਿੱਥੋਂ ਆ? ਹਉਮੈ ਤੋਂ ਉਪਜੇ। ਹਵਾ ਨੇ ਸਾਡੇ ਕੰਨ 'ਚ ਫੂਕ ਮਾਰੀ ਸੀ, ਚੱਲ ਮੈਂ ਤੈਨੂੰ ਬਾਗਾਂ ਦੀ ਸੈਰ ਕਰਾਵਾਂ, ਵਾਦੀਆਂ ਦੀ ਸੈਰ ਕਰਾਵਾਂ, ਚੱਲ ਤੈਨੂੰ 7ਵੇਂ ਅਸਮਾਨ ਵਿੱਚ ਲੈ ਕੇ ਜਾਵਾਂ। ਤੇ ਜਿਵੇਂ ਉਹ ਪਾਣੀ ਦਾ ਕਤਰਾ ਉਹਦੀਆਂ ਗੱਲਾਂ ਵਿੱਚ ਆ ਗਿਆ ਤੇ ਬੁਲਬੁਲਾ ਬਣਨਾ ਪਿਆ, ਇਸ ਤਰ੍ਹਾਂ ਅਸੀਂ ਈਗੋ ਦੇ ਸ਼ਿਕਾਰ ਹੋ ਕੇ ਲਹਿਰ ਬਣ ਗਏ, ਬੁਲਬੁਲਾ ਬਣ ਗਏ। ਹਉਮੈ ਕਰਕੇ ਯਾਤਰਾ ਸ਼ੁਰੂ ਹੋਈ। ਹਉਮੈ ਦੀਰਘ ਰੋਗ ਹੈ, ਇਹਨੂੰ ਮਹਾਰਾਜ ਨੇ ਦੀਰਘ ਰੋਗ ਕਿਹਾ, ਵੱਡਾ ਰੋਗ ਕਿਹਾ, ਛੋਟਾ ਨਹੀਂ ਕਿਹਾ। ਫਿਰ ਇਹ ਵੀ ਕਿਹਾ दारू ਪੀ ਇਸ ਮਾਹੇ। दारू ਹੈ, ਪਰ ਇਹ ਨਾ ਸਾਧ ਸੰਗਤ ਬਹੁਤ ਖਬਰਦਾਰ ਹੋਣਾ ਪੈਂਦਾ ਹੈ। ਹਰ ਵਕਤ ਤੁਸੀਂ ਅਲਰਟ ਰਹੋ, ਕਿਉਂਕਿ ਬੇੜਾ ਗਰਕ ਕਰਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ। ਤੂੰ ਬਹੁਤ ਵਿਦਵਾਨ ਹੈ, ਤੂੰ ਬੜਾ ਵੱਡਾ ਪਹਿਲਵਾਨ ਹੈ, ਤੁਸੀਂ ਸੋਹਣੇ ਬੜੇ ਹੋ ਜੀ, ਤੁਹਾਡੇ ਕੋਲ ਧਨ ਬੜਾ ਹੈ ਜੀ। ਈਗੋ ਨੂੰ ਪੱਠੇ ਪਾਉਣ ਵਾਲੇ ਬੜੇ ਮਿਲਣਗੇ। ਅਸੀਂ ਜੇ ਉੱਥੇ ਚੌੜੇ ਹੋ ਗਏ ਤੇ ਸਮਝ ਲਓ ਵੀ ਕੰਮ ਹੁਣ ਖਰਾਬ ਹੈ, ਨਿਵਾਣ ਵਾਲੇ ਪਾਸੇ ਨੂੰ ਕੰਮ ਜਾਣਾ ਸ਼ੁਰੂ ਹੋ ਗਿਆ। ਜਦੋਂ ਮਨੁੱਖ ਨੂੰ ਆਪਣੇ ਕੰਨਾਂ ਨਾਲ ਆਪਣੀ ਤਾਰੀਫ ਸੁਣਨ ਦੀ ਭੁੱਸ ਪੈ ਜਾਏ, ਉਹਦਾ ਗੁਣ ਘਟਣਾ ਸ਼ੁਰੂ ਹੋ ਜਾਏ। ਔਰ ਜਦੋਂ ਆਲੋਚਨਾ ਸੁਣਨ ਦੀ ਹਿੰਮਤ ਆ ਜਾਏ, ਕੋਈ ਆਲੋਚਨਾ ਕਰਦਾ, ਨਿੰਦਾ ਕਰਦਾ, ਗੁੱਸਾ ਨਾ ਚੜੇ, ਐਨਾਲਿਸਿਸ ਕਰੇ, ਅੰਦਰ ਵਿਚਾਰੇ ਵੀ ਜੋ ਇਹ ਮੇਰੇ 'ਚ ਨੁਕਸ ਕਹਿ ਰਿਹਾ, ਜੇ ਹੈ ਤੇ ਮੈਂ ਠੀਕ ਕਰਨਾ ਹੈ, ਜੇ ਨਹੀਂ ਤੇ ਉਹ ਜਾਵੇ, ਫਿਰ ਉਹਦੀ ਗਰੋਥ ਹੋਣੀ ਸ਼ੁਰੂ ਹੋ ਜਾਏ। ਤੇ ਜੇ ਤਾਰੀਫ ਸੁਣਨੀ ਸ਼ੁਰੂ ਕਰ ਦਿੱਤੀ, ਫਿਰ ਬੇੜਾ ਕਰਕੇ। ਔਰ ਹੋਰ ਸੁਣੋ, ਇੱਕ ਤੇ ਇਹਦੂ ਵੀ ਵੱਡਾ ਰੋਗੀ ਹੈ, ਕੋਈ ਤਾਰੀਫ ਨਹੀਂ ਕਰਦਾ, ਗੱਲ ਸ਼ੁਰੂ ਕਰਕੇ ਆਪਣੀ ਤਾਰੀਫ ਆਪ ਹੀ ਸ਼ੁਰੂ ਕਰ ਦੇਣੀ ਹੈ। ਰਸ ਕਸ ਆਪ ਸਲਾਣਾ, ਇਹ ਕਰਮ ਮੇਰੇ ਕਰਤਾ। ਆਪਣੀ ਸਿਫਤ ਆਪ ਹੀ ਕਰੀ ਜਾਣੀ। ਦਾਸ ਨੇ ਏਦਾਂ ਕੀਤਾ, ਦਾਸ ਨੇ ਉਦਾਂ ਕੀਤਾ, ਮਹਾਰਾਜ ਕਹਿੰਦੇ ਹੁਣ ਇਹ ਤੇ ਲਾ ਇਲਾਜ ਹੋ ਗਿਆ। ਤੋ ਚੰਗਾ ਕਰਕੇ ਹੰਕਾਰ ਨਾ ਕਰੀਏ। ਧਰਮੀ ਧਰਮ ਕਰੈ ਗਵਾਵੇਂ। ਧਰਮੀ ਬੰਦੇ ਧਰਮ ਦੇ ਫੀਲਡ 'ਚ ਚੰਗਾ ਕਰਕੇ ਗਵਾ ਬੈਂਦੇ ਨੇ। ਕਦੋਂ ਗਵਾ ਲੈਂਦੇ ਨੇ? ਮੰਗੈ ਮੋਖ ਦਵਾਰ। ਮੈਂ ਬੜਾ ਚੰਗਾ ਕੀਤਾ, ਬਦਲੇ 'ਚ ਮੈਨੂੰ ਮੁਕਤੀ ਮਿਲਣੀ ਚਾਹੀਦੀ ਹੈ। ਨਹੀਂ ਵੀ ਤੂੰ ਚੰਗਾ ਕੀ ਕੀਤਾ? ਕੁਛ ਵੀ ਤਾਂ ਨਹੀਂ ਕੀਤਾ। ਇਹ ਤੇ ਉਹਦਾ ਤਰਸ ਹੈ ਨਾ। ਹੈ ਮੈਂ ਜਿਹਦੇ ਕੋਲ ਵੀ ਜਾਣਾ ਵੀ ਮੇਰੇ ਭਰਾਵਾ ਹਉਮੈ ਦੇ ਬੰਧਨ ਕੱਟ ਦੇ, ਮੈਂ ਜਦੋਂ ਗੌਰ ਨਾਲ ਵੇਖਣਾ ਉਹਦੇ ਦੋਵੇਂ ਹੱਥ ਵੀ ਬੱਝੇ ਹੁੰਦੇ ਨੇ, ਦੋਵੇਂ ਪੈਰ ਵੀ ਬੱਝੇ ਹੁੰਦੇ ਨੇ, ਤੌਕ ਗਲ 'ਚ ਵੀ ਪਿਆ, ਉਹ ਤੇ ਵਿਚਾਰਾ ਖੁਰਕ ਵੀ ਨਹੀਂ ਸਕਦਾ, ਤੇ ਮੇਰੇ ਬੰਧਨ ਕਿੱਥੋਂ ਖੋਲੇਗਾ?
मैं चंगा वा, मेरा परिवार चंगा है, मेरा संसार चंगा है, मेरा मजहब चंगा है, मेरा देश चंगा है। नहीं भाई, सारे ही देश चंगे ने, तेनू भरम है। एक खूह की मन ते हंस बह गया ना, हंस, ते डड्डू ने उता वेख्या ते सवेत बस्तर बड़ा हैरान होया, कहने लगा हा महानुभाव, श्वेत बस्तर सुंदर स्वरूप कौन होंगे हो? वो कह लगा जी मैनू हंस कहते हैं। असी लोग खूहां ते नहीं उतरते, मानसरोवर ते वासा होता है साडा, पर किसी वजह करके, बीमारी करके मैं मजबूरी में उतरिया। अच्छा, समुंदर किस तरह होंगे? वो कह लगा जिवें खूह च पानी है, इस तरह मानसरोवर से भी पानी होंगे। अच्छा अच्छा, इन्ना पानी होंगे? वो कह लगा नहीं, इदू ज्यादा होंगे। डड्डू कह लगा भी नहीं, ये तो नहीं हो सकता। हुण डड्डू ਦਾ जन्म खूह ਵਿੱਚ ਹੋਇਆ, खूह ਚ ਹੀ जीवन, खूह ਚ ਹੀ मर गया, ਉਹਨੂੰ ਕੀ ਪਤਾ ਬਾਹਰਲੀ ਦੁਨੀਆ ਕੀ ਹੈ। ਕਹਿਣ लगा नहीं, दो तीन गेड़े ला के कह लगा इना होगा, कह लगे नहीं इदू ज्यादा होता। फिर कह लगा फिर तू झूठ बोलदा। हुण प्यारिओ, जदों कूप भरियो जैसे दादरा, कछ देश विदेश ना बूझ, खूह चों बाहर निकले ही नहीं, देश विदेश सुझिया ही नहीं, ते फिर किवें कंपैरिजन करोगे भी देश चंगा किहड़ा ते माड़ा किहड़ा? फिर गीत गाई जो, रोकदा कौन है? गाई जो। अमेरिका का $1 ਤੇ इंडिया का ₹1 बराबर सी 1947 ਚ, गूगल ਤੇ जाके वेख लो। चंगा ये होया भी ਉਹਦਾ ਇੱਕ ਤੇ ਤੁਹਾਡੇ 76 ਬਣ ਜਾਂਦੇ ਨੇ। ਹੁਣ ਚੰਗਾ ਕੀ ਹੈ ਤੇ ਕੀ ਨਹੀਂ ਚੰਗਾ, ਇਹ ਤੁਸੀਂ ਜੇ ਇਕਨੋਮੀ ਨੂੰ ਸਮਝਦੇ ਹੋ ਤੇ ਆਪੇ ਦੇਖ ਲਿਆ ਜੀ। ਗੀਤ ਗਾਣ ਨਾਲ ਤੇ ਕੁਝ ਨਹੀਂ ਹੋਣਾ। ਜੇ ਅਸੀਂ ਸਵਿਸ ਬੈਂਕ ਹੀ ਭਰਨੇ ਨੇ ਲੀਡਰ ਬਣ ਕੇ, भी जिन्ना है बेईमानी करके सारा अपने खाते जमा कर लो, फिर गीत जिन्ने मर्जी गा लो, ਉਹਦੇ ਲਈ त्यागी बनना पएगा। 50% लोग ने ਜਿਹੜੇ ਗ੍ਰਸਤੀ ਕੋਨੀ ਤੇ ਮਰਨ ਤੋਂ ਪਹਿਲਾਂ ਸਾਰੀ ਸੰਪत्ति ਰਾਸ਼ਟਰ ਦੇ ਨਾਲ ਵਾ ਜਾਂਦੇ ਨੇ। ਅਮਰੀਕਾ ਕੈਨੇਡਾ ਦੇ ਲੋਕ ਰਾਸ਼ਟਰ ਦੇ ਨਾਲ ਇਦਾਂ ਚੰਗੇ ਬਣਦੇ ਨੇ ਦੇਸ਼, ਗੀਤ ਗਾਣ ਨਾਲ ਨਹੀਂ ਬਣਦੇ। मैं चंगा, मेरा परिवार चंगा, मेरा संसार चंगा, मेरी कौम सारे नाल चंगी, मेरा देश सारे नाल चंगा, ये भी ईगो है। और जिन्ना च ईगो नहीं, वो कहते हैं गगन में थाल रब चंद दीपक बने, तारका मंडल जनक मोती, धूप मलयान लो पवन चबरो करे सगल बनराए। ये ब्रह्मंडी सोच। रविंद्रनाथ टैगोर ਨੂੰ ਕਿਸੇ ਪੁੱਛਿਆ ਸੀ, ਕਿਹਾ ਸੀ ਵੀ ਇਹ ਕਵਿਤਾ ਨਾ ब्रह्मंडी सोच ਦੇ ਧਾਰਨੀ ਹੋ ਕੇ ਲਿਖੋ। ਕਹਿ ਲਗੇ ਉਹਦੀ ਲੋੜ ਨਹੀਂ। कह लगे क्यों? कह लगे गुरु नानक ने पहले लिख दी। कह लगे केड़ी? उन्हें फिर शब्द गायब करके दसे। रविंद्रनाथ टैगोर, गगन में थाल रब चंद दीपक। गुरु गोबिंद सिंह कहते हैं बंग के बंगाली, फरंग के फिरंगा वाली, दिल्ली के दिलवाली तेरी आज्ञा में चलत। फिर कहते चीन मचीन के नाम ते आवे। वो सारे देश के देशवासियों को वो शब्द दे विच परो लैंदे ने। वो कहते सारे ही चंगे ने। क्यों कहते हैं? क्योंकि वो सीमावां विच, कंधां दे विच कैद नहीं, वो ब्रह्मंडी सोच दे धारनी। ये भी ईगो है। मैं चंगा, मेरा मजहब चंगा, मेरा देश चंगा, मेरा परिवार चंगा, मेरा संसार चंगा, ईगो ये भी आ जाती है। हुण ये कहंदे ने बई हर बिन भरम भुलाने अंधा, जापे जाऊं आप छुटकावन ते, बांधे बहु फंदा, जैन ते उपजी तही समाणी, ये बिद बिसरी तब ही। हौमे करके पैदा होया, सारी लुकाई हौमे विच ही समाई हुई, विरलिया नूं छड्ड के। पंडित गुणी सूर हम दाते, ये कहें बड हामी। एक होर कैटागरी का अगे जिक्र आ गया। पंडित कहते, विद्वान कहते भी असी सब तो चंगे हैं, ये भी ईगो है। गुणी लोग कहते हैं भी साडे तो चंगा होर कोई नहीं गा, ये भी अहंकार है। सूरमे कहते भी जे असी बार्डर ते ना लड़िए तुसी आराम नाल नहीं सौ सकते, ये भी अहंकार है भाई। और दाते कहते भी जे असी सर्दियों च कंबल वंडने बंद कर दईए, खाने दवाइयां के पैसे लोकी अद्धे मर जाण, ये भी अहंकार है। पंडित गुणी, पंडित का तत्ता मुक्ता है, विद्वान बहुते पढ़े लिखे, गुणी गुणवान, सूर सूरमे, दाते दातां देण वाले, कुछ वंडण वाले। ये की कहते ने? ये कहें बड हामी, ये कहते ने भाई असी सारिਆਂ ਤੋਂ ਵੱਡੇ ਹਾਂ। ਤੇ ਜਦੋਂ ਅਸੀਂ ਕਹਿੰਦੇ ਆ ਮੈਂ ਸਾਰਿਆਂ ਤੋਂ ਵੱਡਾ ਹਾਂ, ਤੇ ਸਾਰੇ ਸੈਂਟੈਂਸ ਤੇ ਪਹਿਲਾਂ ਕਿਹੜਾ ਸ਼ਬਦ ਆ ਗਿਆ? ਮੈਂ। ਜਦੋਂ ਮੈਂ ਆਉਂਦਾ ਨਾ ਪਿਆਰਿਓ, ਰੱਬ ਨੂੰ ਬਾਣੀਕਾਰਾਂ ਨੇ ਤੂੰ ਕਿਹਾ ਹੈ ਨਾ, ਤੂੰ ਤੂੰ ਕਰਤਾ ਤੂੰ ਹੁਆ। ਜਿਵੇਂ ਹੀ ਮੈਂ ਅੰਦਰ ਆਉਂਦਾ ਹੈ,
ਤੂੰ ਜਿਹੜਾ ਯਕਦਮ ਬਾਹਰ ਨਿਕਲ ਜਾਂਦਾ। ਕਿਵੇਂ? ਜਿਵੇਂ ਤੁਸੀਂ ਆਪਣੇ ਕਮਰੇ ਚੋਂ ਜਾਣ ਲੱਗੇ ਸਵਿਚ ਨੂੰ ਆਫ ਕਰੋ, ਬਿਜਲੀ ਦੇ ਨੂੰ ਬਲਬ ਦਾ ਸਵਿਚ ਆਫ ਕਰੋ, ਹਨੇਰੇ ਨੂੰ ਸੱਦਣਾ ਨਹੀਂ ਪੈਂਦਾ, ਉਹ ਯਕਦਮ ਆਪਣੀ ਆਗੋਸ਼ ਵਿੱਚ ਲੈ ਲੈਂਦਾ। ਚਾਨਣ ਦਾ ਅਣਹੋਂਦ ਹੋਈ, ਹਨੇਰਾ ਆ ਗਿਆ, ਉਹਨੂੰ ਆਵਾਜ਼ ਨਹੀਂ ਮਾਰਨੀ ਪਈ। ਜਿਵੇਂ ਹੀ ਤੁਸੀਂ ਤੂੰ ਨੂੰ ਅੰਦਰੋਂ ਬਾਹਰ ਕੱਢੋਗੇ, ਮੈਂ ਨੇ ਚੌਕੜੀ ਮਾਰ ਕੇ ਬਹਿ ਜਾਣੀ, ਔਰ ਜਿਵੇਂ ਤੁਸੀਂ ਮੈਂ ਨੂੰ ਆਖਣਾ, ਤੂੰ ਨੇ ਛੜੱਪਾ ਮਾਰ ਕੇ ਬਾਹਰ। ਕਿਉਂ? ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ। ਜਿਵੇਂ ਚਾਨਣ ਦਾ ਤੇ ਹਨੇਰੇ ਦਾ ਵਿਰੋਧ ਹੈ, ਇਸ ਤਰ੍ਹਾਂ ਮੈਂ ਦਾ ਤੇ ਤੂੰ ਦਾ ਆਪਸ ਵਿੱਚ ਵਿਰੋਧ ਹੈ। ਇੱਕੋ ਪਲੇਟਫਾਰਮ ਤੇ ਇਕੱਠੇ ਨਹੀਂ ਰਹਿ ਸਕਦੇ। ਔਰ ਅਸੀਂ ਜ਼ਿੰਦਗੀ 'ਚ ਜੋ ਕਰਨੇ ਆ, ਆਪਣੀ ਈਗੋ ਨੂੰ ਵੱਡਾ ਕਰਨ ਵਾਸਤੇ। ਘਰ ਬਣਾਇਆ, ਕੋਈ ਰਿਸ਼ਤੇਦਾਰ 100 ਕਿਲੋਮੀਟਰ ਵਿਚਾਰਾ ਡਰਾਈਵ ਕਰਕੇ ਆਇਆ, ਉਹਨੂੰ ਚਾਹ ਨਹੀਂ ਪਿਆਣੀ, ਪਹਿਲਾਂ ਥੱਲੇ ਬੇਸਮੈਂਟ, ਫਿਰ ਉੱਤੇ ਵਿਖਾਣਾ। ਤੇ ਕਾਹਦੇ ਲਈ ਵਿਖਾਣਾ? ਵੀ ਵੇਖ ਤੇਰੇ ਨਾਲ ਵੱਡਾ ਬਣਾਇਆ। ਹੋਰ ਕੀ ਹੁੰਦਾ ਹੈ ਜੀ? ਮੈਨੂੰ ਕਿਵੇਂ ਕਰਨਾ? ਇਹੋ ਕੁਛ ਹੀ ਹੁੰਦਾ ਨਾ, ਇਹੋ ਕੁਛ ਹੀ ਹੁੰਦਾ। ਮੇਰਾ ਘਰ ਚੰਗਾ, ਮੇਰਾ ਘਰ ਵੱਡਾ, ਮੇਰਾ ਘਰ ਮਹਿੰਗਾ, ਮੇਰੀ ਧੀ ਦੇ ਬੈਂਡ ਦੂਜਿਆਂ ਨਾਲ ਜ਼ਿਆਦੇ, ਮੇਰੇ ਪੁੱਤਰ ਦੀ ਮੈਰਿਟ, ਸਾਰੀਆਂ ਗੱਲਾਂ ਸਾਡੀਆਂ, ਸਾਰੀਆਂ ਗੱਲਾਂ ਈਗੋ ਨੂੰ ਪੱਠੇ ਪਾਉਣ ਵਾਲੀਆਂ। ਹੋਰ ਮੋਟਾ, ਹੋਰ ਮੋਟਾ, ਉਹ ਚੱਲਿਆ, ਇਹਨੂੰ ਤੇ ਤੋੜਨਾ ਸੀ, ਇਹਦੇ ਤੇ ਟੁਕੜੇ ਟੁਕੜੇ ਕਰਨੇ ਸਨ, ਤੇ ਤੂੰ ਬਿਲਕੁਲ ਪਰ ਖੋਲ ਕੇ ਆਕਾਸ਼ ਦੇ ਵਿੱਚ ਉਡਾਨ ਲੈਂਦਾ, ਹੰਕਾਰ ਤੋਂ ਭਾਰ ਨੂੰ ਥੱਲੇ ਸੁੱਟ ਕੇ। ਔਰ ਤੂੰ ਜਿੰਨੇ ਕੰਮ ਕਰਨਾ ਆਪਣੇ ਅਹੰਕਾਰ ਨੂੰ ਵੱਡੇ ਕਰਨ ਵਾਸਤੇ, ਕੀ ਬਣੇਗਾ ਤੇਰਾ? ਲੋਕ ਤੇ ਪੈਰ ਤੇ ਕੁਹਾੜੀ ਮਾਰਦੇ ਨੇ, ਸ਼ਦਾਈਆ ਤੂੰ ਤੇ ਕੁਹਾੜੀ ਤੇ ਪੈਰ ਮਾਰ ਰਿਹਾ, ਹੋਰ ਵੱਡਾ ਗੁਨਾਹ ਕਰ ਰਿਹਾ ਹੈ। ਜਹ ਤੇ ਉਪਜੀ ਤਹੀ ਸਮਾਣੀ, ਏ ਬਿਦ ਬਿਸਰੀ ਤਬੀ ਪੰਡਿਤ ਗੁਣੀ ਸੂਰ ਅਮਦਾਤੇ, ਏ ਕਹਿ ਬਡਾਮੀ ਹਮ ਬਡ ਕਬ ਕੁਲੀ ਨਾਮ ਪੰਡਿਤ ਹਮ ਜੋਗੀ ਸੰਨਿਆਸੀ। ਭਗਤ ਰਵਿਦਾਸ ਮਹਾਰਾਜ ਕਹਿੰਦੇ, ਇਹ ਬੁੱਧ ਕਬੈ ਨਾ ਨਾਸੀ, ਇਹ ਬੁੱਧੀ ਨਾਸ਼ ਹੁੰਦੀ ਹੋਈ ਨਹੀਂ। ਹਮ ਬਡ ਕਬ, ਮੈਂ ਵੱਡਾ ਕਵੀ, ਕੁਲੀਨ ਉੱਚੀ ਜਾਤ, ਪੰਡਿਤ ਜੋਗੀ ਸੰਨਿਆਸੀ, ਇਹੀ ਗੱਲਾਂ ਅੰਦਰ ਕਰ ਕਰਕੇ ਬੈਠੀਆਂ ਰਹਿੰਦੀਆਂ। ਇਹ ਬੁੱਧੀ ਨਾਸ਼ ਨਹੀਂ ਹੁੰਦੀ। ਇਹੀ ਕਾਰਨ ਹੈ ਵੀ ਫਿਰ ਬਾਤ ਨਹੀਂ ਬਣਦੀ। ਇਹ ਸਾਰੇ ਕਹਿੰਦੇ ਨੇ ਵੀ ਮੈਂ ਵੱਡਾ ਵਾਂ, ਮੈਂ ਵੱਡਾ। ਜਿਸੈ ਬੁਝਾਏ ਸੋਈ ਬੂਝੇ, ਜਿਸੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ। ਇਹ ਸਮਝ ਵਾਹਿਗੁਰੂ ਜੀ ਨੂੰ ਦਏ, ਗੁਰੂ ਦੇ ਰਾਹੀਂ ਪਿਆਰਿਓ, ਉਹਨੂੰ ਇਹ ਸਮਝ ਆਉਂਦੀ ਹੈ। ਔਰ ਬਿਨਾਂ ਸਮਝੇ ਬਾਤ ਨਹੀਂ ਬਣਦੀ। ਜਦੋਂ ਤੱਕ ਇਹ ਸੋਝੀ ਨਹੀਂ, ਬਾਤ ਨਹੀਂ ਬਣਦੀ। ਹੁਣ ਤੁਸੀਂ ਸਾਰੇ ਸਕੂਲਾਂ ਕਾਲਜਾਂ 'ਚ ਪੜ੍ਹ ਕੇ ਆਏ ਹੋ, ਕਿਸੇ ਸਕੂਲ ਕਾਲਜ ਵਿੱਚ ਈਗੋ ਬਾਰੇ ਇੰਨੀ ਵਿਚਾਰ ਹੋਈ ਹੈ ਜਿੰਨੀ ਅੱਜ ਦੀਵਾਨ ਵਿੱਚ ਈਗੋ ਬਾਰੇ ਹੋਈ ਹੈ। ਪਿਆਰਿਓ ਧਿਆਨ ਦਿਆ ਜੇ, ਐਵੇਂ ਨਾ ਸਮਝਿਆ। ਐਵੇਂ ਨਹੀਂ ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਭਾਈ ਤੈਨੂੰ ਨੌਲੇਜ ਕਾਲਜ ਚੋਂ ਮਿਲੇਗੀ, ਸੋਝੀ ਗੁਰਦੁਆਰੇ ਹੋਈ ਮਿਲੇਗੀ, ਉਹ ਨਹੀਂ ਕਿਤੇ ਹੋਰ ਮਿਲੇਗੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਸਤਗੁਰ ਮਿਲੈ ਅੰਧੇਰਾ ਚੂਕੈ, ਇਨ ਬਿਦ ਮਾਣਕ ਲਈਐ। ਗੁਰੂ ਦੇ ਤੁਸੀਂ ਕਦੀ ਅੱਖਰੀ ਅਰਥ ਵਾਚੇ ਹੋਣ ਤੇ ਮੁਬਾਰਕ ਹੈ। ਗੁਰੂ ਦੇ ਅੱਖਰੀ ਅਰਥ ਹੀ ਇਹ ਨੇ, ਹਨੇਰੇ ਵਿੱਚ ਚਾਨਣ ਕਰਨ ਵਾਲਾ। ਦੋ ਅੱਖਰਾਂ ਦੀ ਸੰਧੀ ਨਾਲ ਬਣਿਆ ਗੂ ਜਮਾ ਰੂ। ਗੂ ਮੈਨੇ ਹਨੇਰਾ, ਰੂ ਮੈਨੇ ਪ੍ਰਕਾਸ਼। ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ, ਅਗਿਆਨਤਾ ਨੂੰ ਗਿਆਨ ਵਿੱਚ ਰੂਪਾਂਤਰਿਤ ਕਰਨ ਵਾਲਾ ਗੁਰੂ। ਗੁਰੂ ਚਾਨਣ ਕਰਦਾ ਹੈ ਨਾ। ਤਾਂ ਮਹਾਰਾਜ ਕਹਿੰਦੇ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਹੋਰ ਅਦਾ। ਉਹ ਕਿਹੜੇ ਚਾਨਣ ਦੀ ਗੱਲ? ਬਹਿਰੂਨੀ ਤੌਰ ਤੇ ਸੂਰਜ ਦਾ ਚਾਨਣ ਹੁੰਦਾ, ਚੰਦਰਮੇ ਦਾ ਹੁੰਦਾ, ਆ ਚਕਾ ਚੌਂਧ ਰੋਸ਼ਨੀ ਸੜਕਾਂ ਦੇ ਉੱਤੇ। ਰਾਤ ਨੂੰ ਤੁਸੀਂ ਨਿਕਲ ਜਾਓ, ਕੀੜੀ ਵੀ ਸੜਕ ਤੇ ਤੁਰੀ ਜਾਂਦੀ ਦਿਸਦੀ। ਇੰਨਾ ਕੰਮ ਹੋਇਆ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਅੰਦਰਲਾ ਹਨੇਰਾ, ਅਗਿਆਨਤਾ ਦਾ ਹਨੇਰਾ, ਗਿਆਨ ਦੇ ਚਾਨਣ ਨਾਲ ਜਿਹੜਾ ਦੂਰ ਕਰਨਾ ਸੀ, ਉਹ ਟਾਵੇਂ ਹਿਰਦਿਆਂ ਨੂੰ ਛੱਡ ਕੇ ਅੰਦਰ ਅਜੇ ਵੀ ਹਨੇਰੇ ਨੇ।
तरक्की बहुत है, पर इस तरक्की के दौर के अंदाज भी न्यारे ने। इस दौर तरक्की के अंदाज निराले हैं, जहनों में अंधेरे हैं और सड़कों पे उजाले हैं। बाहर बड़ी रोशनी है, चकाचौंध रोशनी है, अंदर अज्ञानता का हनेरा। इसलिए जे 100 चंदा उगवै सूरज चढ़े हजार, एते चानण हुंदिया गुर बिन घोर अंधार। गुर बिन घोर अंधार, गुरु बिन समझ ना आवे। गुर बिन सुरत ना सिद्ध, गुरु तो बिना कुछ नहीं, गुरु ही साडा मार्गदर्शन कर देता। भूले मार्ग जिन्हें बताया, भूले मार्ग जिन्हें बताया, भूले मार्ग जिन्हें बताया, भूले। प्यारे कदी 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 सबब बनता है जिंदगी च, जदों रसना नाल बाणी पढ़न का अवसर मिलता है। इनू जाया ना होने दिया करो, संग्या ना करो, चकिया की कोई कहेगा। मैं दमदमा साहब गया, एक ज्ञानी कथा करता सी, वो अगे अगे पढ़ता सी, पिछे पिछे पढ़। ये किड्डा वड्डा एलीगेशन है, ये असीं फंडामेंटल थोड़ा बन जाएंगे, रूढ़ीवादी थोड़ा बन जाएंगे, बैकवर्ड थोड़ा बन जाएंगे। इसलिए भाई ना संग्या करो, जरूर रचना पवित्र करया करो। भूले मार्ग जिन्हें बताया, भूले मार्ग जिन्हें बताया, भूले। ऐसा गुरवड भागी पाया, ऐसा गुरवड भागी पाया। ऐसा गुरवड भागी पाया, ऐसा गुरवड भागी पाया। सतगुर मिले अंधेरा चूकै, गुरु ही अज्ञानता के हनेरे नूं ज्ञान विच बदल सकता है, होर कोई तरीका नहीं। इन बिद माणक लईए, हुण हनेरे विच हीरा कोल पिया होवे, कीमती पदार्थ कोल पिया होवे, नहीं दिसदा, चानण हो जाए ते तुसीं उस वेले पकड़ के खीसे च पा लेना। जिवें बैरूनी तौर ते चानण विच वस्तु दिसदी है, हनेरे दे दोष कारण नहीं दिसदी, इस तरह सानू अज्ञानता दे हनेरे च उचित अनुचित का पता नहीं लगता। इसलिए चानण जरूरी है। चानण कित्थों लईए? हुण ते गुरु नानक तो गुरु गोबिंद सिंह तक शरीरां विच नहीं, असीं किहदे कोल जाइए? चानण कित्थों लईए? ते हजूर कहंदे ने गुरबाणी इस जग में चानण। गुरबाणी पढ़िया कर, गुरबाणी सुनिया कर, गुरबाणी विचारिया कर, तेरी अज्ञानता नूं ज्ञान विच रूपांतरित कर देगी। इन बिद माणक लईए, इस तरह जिहड़ा जीवन का हीरा रूपी जीवन है वह तेरा सफल होगा। जिन्हों महाराज कहते भी हीरे जैसा जन्म है कौड़ी बदले जाए। अंतले बोल तज बावे दाने बिकारा, तेरे सज्जे खब्बे जेड़े वकार ने ना, अगे पिछे सज्जे खब्बे ऊपर नीचे, इन्हां नालों नाता तोड़ लै, इन्हां नूं छड्ड दे। हर पद दृढ़ कर रही है, चंगी तरह सीधा होके नाम जपण वाले पासे लग जा। और जदों तू सीधा होके नाम जपेगा, सज्जा खब्बा झाकना बंद कर देगा ना, फिर कहो कबीर गूंगे गुड़ खाया, इदां दा आनंद आवेगा। जिद्दां किसी नूं गुड़ मिठा खवाइए ते आनंदित हुंदा है ना, उहनूं पुछीए किवें दा स्वाद है, बोल के नहीं दस सकदा, पर उहदा चेहरा हाव भाव जिन्हों बॉडी लैंग्वेज कहते हो वो दस देती। कहो कबीर गूंगे गुड़ खाया, पूछे ते क्या कहीए। ਜਿਹੜਾ भी इत्थे आउंदा है हंकार कारण आउंदा है, हंकार च ही खचित हो जाता है। मेरी संप्रदा चंगी है, मेरा धर्म चंगा है, मेरा देश चंगा है, मेरा परिवार चंगा है, मेरा संसार चंगा है, मैं चंगा वां, और ये मैं ही इहनूं लैके डुब जाती है।
ਭਾਈ ਗੁਰੂ ਪੂਰਾ ਮਿਲੇ ਤੇ ਉਹ ਸ਼ਬਦ ਦੇ ਕੇ ਅਹੰਕਾਰ ਨੂੰ ਕੱਟਦਾ ਹੈ, ਨਾਮ ਵਿੱਚ ਲਾਉਂਦਾ ਹੈ, ਔਰ ਨਾਮ ਦੀ ਬਰਕਤ ਨਾਲ ਫਿਰ ਇਸ ਦਾ ਜੀਵਨ ਸਫਲ ਹੁੰਦਾ ਹੈ। ਔਰ ਜਦੋਂ ਸਫਲ ਹੁੰਦਾ ਹੈ, ਜੋ ਆਨੰਦ ਆਉਂਦਾ ਹੈ ਉਸ ਨੂੰ ਫਿਰ ਬਿਆਨ ਨਹੀਂ ਕਰ ਸਕਦਾ, ਜਿਵੇਂ ਗੂੰਗਾ ਗੁੜ ਖਾ ਕੇ ਬਿਆਨ ਨਹੀਂ ਕਰ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰਿਓ। ਸਨਿਮਰ ਬੇਨਤੀ ਹੈ